फर्स्ट टाइम उसने वो सॉन्ग ली, तब से हरिंदर को मैं जानता हूँ। तो उस बहुत अच्छे गाने थे, बहुत ही अच्छे गाने थे। जिੱਥੇ तक ਮੈਨੂੰ याद ਆ ਉਹ ਗਾਣੇ ਵੀ ਤੁਹਾਡੀ ਮਰਜ਼ੀ ਸੀਗੀ ਕਿ ਇਹ ਫਿਲਮ 'ਚ ਹੋਣੇ ਚਾਹੀਦੇ ਨੇ। जिद सी। जिद सी। हरजीता के बाद किसी ने, मैं उल्टा डिप्रेशन में चला गया था हरजीता के बाद कि जब सबने बहुत ज़्यादा अप्रिशिएट किया था, बहुत ज़्यादा, तो अच्छा लग रहा था, बहुत अच्छा लग रहा था कि इतना सारा अप्रिशिएशन मिल रहा है इतना। तो जब फिल्म नहीं वर्क की, नंबर्स नहीं तो आए, नंबर्स नहीं मिले, तो चीज़ें सडनली ना ब्लैक में बदलनी शुरू होगी, ग्रे में बदलनी शुरू होगी। तो वो बहुत दुख वाली बात थी। आप हर चीज़ से थोड़ा थोड़ा जितना जुड़ सकते हो मैक्सिमम तो जुड़े रहना चाहिए, हर डायरेक्टर को करना चाहिए। इसलिए पोस्ट में भी बैठता हूँ, तो उसमें मैं 2 फिल्में और कर सकता हूँ, बट मैं नहीं करता हूँ क्योंकि पैसे तो फिर मेरे को जब तकलीफ़ होती है तो फिर कैमरे में फिल्म कर लूँगा तो अच्छा खासा पैसा मिल जाता है, तो फिर टेंशन नहीं है। तो इसलिए मैं इस काम को एंजॉय करता हूँ। मेरे को लगता है कि चलो ठीक है, मैं प्रोजेक्ट नहीं बना रहा हूँ, मैं फिल्म बना रहा हूँ। ਰਾਤ ਨੂੰ ਜਦੋਂ ਤੁਸੀਂ 9-10 ਵਜੇ ਆਪਣੇ ਰੂਮ 'ਚ ਜਾਂਦੇ ਹੋ, ਤੁਸੀਂ ਬੈੱਡ ਤੇ ਪੈਂਦੇ ਹੋ, ਤੁਹਾਨੂੰ ਤਾਂ ਰਿਅਲਾਈਜ਼ ਹੁੰਦਾ ਕਿ ਤੁਸੀਂ ਕਿੰਨੀ ਤੁਹਾਨੂੰ ਬਾਡੀ 'ਚ ਪੇਨ ਹੈ, ਤੁਹਾਡੀ ਬੈਕ ਕਿੰਨੀ ਹੈ ਨਾ ਪੇਨ ਹੋ ਰਿਹਾ ਤੁਹਾਨੂੰ, ਤਾਂ ਤੁਸੀਂ ਪੇਨ ਕਿਲਰ ਲੈ ਕੇ ਸੌ ਜਾਂਦੇ ਹੋ, बट ਤੁਹਾਨੂੰ काम करते हुए वो याद नहीं रहती। इसको बैक का प्रॉब्लम था, ये कहीं जाके 2 मिनट बैठती थी तो मैं चिल्लाता था भाग के आती थी, हाँ दादू भाई, तो फिर बाद में बोलती थी किधर है, दादू बैक दुख रही है। तो ऐसा बहुत है। फिर मेरे को थोड़े टाइम बाद रियलाइज होता था नहीं यार वो। फिर सरताज जी ने फिर एक एक गाना लेते गए, तो काफ़ी गानों में से वो एक गाना मिलता था। फिर तो कभी कभी लगता था कि सर को कैसे बोले, सरताज जी को, सर मज़ा नहीं आ रहा है कौन। मैं कभी उनके मुंह के ऊपर कभी तारीफ नहीं की, कभी भी एक लफ्ज़ नहीं बोला उनको मुंह के ऊपर, मेरे से नहीं होती। बट जनरली वो जेंटलमैन, बहुत ज़्यादा जेंटलमैन है। उन्होंने कभी ये नहीं बोला यार तुम, मतलब वो 2.5-3 घंटा बिठा के रखते थे वो उस पे। अच्छा, हाँ जी। और वो फिर प्रॉपर उसी माहौल ची सुनाते हैं। कमर का प्रॉब्लम मेरे को भी नीचे जमीन तो, बट वो 3 घंटे लगे रहते थे। ਹੈਲੋ ਭੈਣੇ, ਸਤਿ ਸ਼੍ਰੀ ਅਕਾਲ। ਕਿਵੇਂ ਸਤਿ ਸ਼੍ਰੀ ਅਕਾਲ ਜੀ। ਵਧੀਆ, ਵਧੀਆ। ਸਤਿ ਸ਼੍ਰੀ ਅਕਾਲ ਸਰ, ਕਿਵੇਂ ਤੁਸੀਂ? ਠੀਕ ਹੋ? आए नहीं आप कल? ਮੈਂ ਆਈ ਸੀ ਸਰ। आए हुए थे की लोगे चाय कॉफी दूधी? ਅੱਜ ਅਸੀਂ ਚਾਹ ਲੈ ਲਾਂਗੇ। ਰੈਡੀ? ਵੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਤੁਸੀਂ ਠੀਕ ਠਾਕ ਹੋਵੋਗੇ ਉਮੀਦ ਕਰਦੀ ਹਾਂ। 3 ਫਰਵਰੀ ਨੂੰ ਪੰਜਾਬੀ ਫੀਚਰ ਫਿਲਮ ਰਿਲੀਜ਼ ਹੋਈ ਆ, ਕਲੀ ਜੋਟਾ। ਬਹੁਤ ਹੀ ਕਮਾਲ ਦੀ ਫਿਲਮ, ਬਹੁਤ ਹੀ ਕਮਾਲ ਦਾ ਰਿਸਪੌਂਸ ਮਿਲਿਆ ਇਸ ਫਿਲਮ ਨੂੰ। ਫਿਲਮ ਦੇ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਜੀ, ਜਿਨ੍ਹਾਂ ਨੂੰ ਪਿਆਰ ਦੇ ਨਾਲ ਸਾਰੇ ਪੰਜਾਬੀ ਇੰਡਸਟਰੀ ਦੇ ਵਿੱਚ ਦਾਦੂ ਕਹਿੰਦੇ ਨੇ, ਅਤੇ ਇਸ ਫਿਲਮ ਦੇ ਲੇਖਕ ਇੱਕ ਵਾਰ ਫਿਰ ਤੋਂ ਸਾਡੇ ਨਾਲ ਨੇ ਹਰਿੰਦਰ ਕੌਰ ਭੈਣ ਹੋਣੀ, ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਸਰ। सत ਸਤਿ ਸ਼੍ਰੀ ਅਕਾਲ ਭੈਣ ਜੀ। ਤੁਹਾਨੂੰ ਦੋਵਾਂ ਨੂੰ, ਤੁਹਾਡੀ ਸਾਰੀ ਟੀਮ ਨੂੰ ਇਸ ਫਿਲਮ ਦੇ ਲਈ ਬਹੁਤ 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 ਮੁਬਾਰਕਾਂ ਹੋਣ। ਬਹੁਤ ਥੈਂਕ ਯੂ। ਮੈਂ ਬਹੁਤ ਟਾਈਮ ਇੱਦਾਂ ਕਹਿਣਾ ਨਹੀਂ ਚਾਹੀਦਾ, ਕਈ ਵਾਰ ਜਦੋਂ ਕਰੀ ਪੰਜਾਬੀ ਫਿਲਮ ਲਾ ਦਿੰਦੇ ਹਾਂ ਨਾ ਆਪਾਂ, ਤਾਂ ਚਲੋ ਫਿਰ ਵੀ ਐਜ਼ ਅ ਕ੍ਰਿਟਿਕ ਦੇਖ ਰਹੇ ਹੁੰਦੇ ਹਾਂ ਚੀਜ਼ਾਂ ਨੂੰ। ਆਪਾਂ ਕਹਿ ਦਿੰਦੇ ਆਹ ਨਹੀਂ ਵਧੀਆ, ਆਹ ਨਹੀਂ ਵਧੀਆ, ਵਿੱਚੋਂ ਉੱਠ ਕੇ ਚਲੇ ਜਾਈਦਾ ਫਿਲਮ ਦੇ ਨਾ। ਕਈ ਵਾਰੀ ਤੁਹਾਡੇ ਪੇਰੈਂਟਸ ਉਸ ਚੀਜ਼ ਨੂੰ ਇੰਜੋਏ ਕਰ ਰਹੇ ਹੁੰਦੇ ਕਿਉਂਕਿ ਉਹ ਕ੍ਰਿਟੀਕਲੀ ਨਹੀਂ ਦੇਖਦੇ ਚੀਜ਼ਾਂ ਨੂੰ। ਪਰ ਹੁਣ ਸਾਡੀਆਂ ਪੰਜਾਬੀ ਫਿਲਮਾਂ ਵੀ ਇੱਦਾਂ ਦੀਆਂ ਬਣਨ ਲੱਗ ਗਈਆਂ। ਕੱਲ੍ਹ ਪਰਸੋਂ ਅਸੀਂ ਘਰੇ ਕੋਈ ਫਿਲਮ ਲਾ ਰਹੇ ਸੀਗੇ ਤਾਂ ਮਤਲਬ ਮਦਰ ਚੇਂਜ ਹੀ ਕਰੀ ਜਾ ਰਹੇ ਸੀ, ਇਹ ਵੀ ਐਵੇਂ ਹੀ ਆ, ਇਹ ਵੀ ਐਵੇਂ ਹੀ ਆ। ਮਤਲਬ ਕਿ ਉਹ ਸੀਨੀਅਰ ਜਿਹੜੀ ਸਾਡੀ ਜਨਰੇਸ਼ਨ ਆ ਉਹਨੂੰ ਵੀ ਸਾਡਾ ਸਿਨੇਮਾ ਪਸੰਦ ਆਉਣੋਂ ਹਟ ਗਿਆ ਆ। ਪਰ ਬਹੁਤ ਟਾਈਮ ਬਾਅਦ ਕੋਈ ਪੰਜਾਬੀ ਫਿਲਮ ਇੱਦਾਂ ਦੀ ਆਈ ਆ ਜਿਹਨੂੰ ਮੈਨੂੰ ਲੱਗਦਾ ਕਿ ਦੇਖਣ ਤੋਂ ਬਾਅਦ ਗੱਲ ਕਰਨ ਨੂੰ ਦਿਲ ਕਰਦਾ ਕਿ ਇਹਦੇ ਵਿੱਚ ਆ ਵੀ ਸਬਜੈਕਟ ਐਡਰੈਸ ਕੀਤਾ ਗਿਆ, ਆ ਇਸ਼ੂ ਐਡਰੈਸ ਕੀਤਾ ਗਿਆ। ਜਾਂ ਤੁਸੀਂ ਜਿਵੇਂ ਥੀਏਟਰ ਹੁੰਦਾ ਹੈ ਕਿ ਜੇ ਤੁਸੀਂ ਫਿਲਮ ਦਾ ਪ੍ਰਭਾਵ ਆਪਣੇ 'ਤੇ ਲੈ ਕੇ ਬਾਹਰ ਨਹੀਂ ਨਿਕਲੇ ਤਾਂ ਮਤਲਬ ਫਿਲਮ ਸਕਸੈਸਫੁਲ ਨਹੀਂ ਹੈਗੀ, ਹੈ ਨਾ। ਸੋ ਇਹੀ ਕਹਾਣੀ ਤੁਸੀਂ ਹਰਿੰਦਰ ਹੋਰਾਂ ਦੀ ਕਿਉਂ ਚੁਣੀ ਸੀਗੀ?
ये क्योंकि हरिंदर ना काफ़ी पहले गुडिया पटोले में हरिंदर के 2 गाने दिए थे, तो फर्स्ट टाइम उसने वो सॉन्ग ली, तब से हरिंदर को मैं जानता हूँ। तो उस बहुत अच्छे गाने थे, बहुत ही अच्छे गाने थे। ਜਿੱਥੇ ਤੱਕ ਮੈਨੂੰ ਯਾਦ ਆ ਉਹ ਗਾਣੇ ਵੀ ਤੁਹਾਡੀ ਮਰਜ਼ੀ ਸੀਗੀ ਕਿ ਇਹ ਫਿਲਮ 'ਚ ਹੋਣੇ मर्जी ਚਾਹੀਦੇ नहीं, ਨੇ। जिद सी। ਜਿੱਦ ਸੀ। मतलब दादागिरी थी, यही होगा। तो वो गाने थे, वो गाने हिट भी हुए, अप्रिशिएट भी हुए और अच्छे भी हैं। खाली हिट और अप्रिशिएट गाने भी, उसके लिरिक्स बहुत अच्छे लिरिक्स थे। रोमांटिक सॉन्ग था, बट जैसे सरताज जी के अल्फाज बड़े डेफ्थ वाले होते हैं, वैसे डेफ्थ वाले गाने थे। तो तब से रिश्ता था। तो उसके बाद फिर उसने बहुत पहले ये सुनाया था हरिंदर ने मेरे को, यही बताती है। हाँ तो बहुत मतलब 10-15 मिनट जस्ट कट शॉट के उधर डेवलप नहीं सी इतना। तो उसके बाद फिर वापस वो तब कुछ हुआ नहीं, इसने पूरा इम्प्रूव लिखा नहीं था बहुत सारा। फिर बाद में इसने कुछ काम किया उस पर, तो फिर वो सुनाया। फिर वो लगा कि मैं भी भी पानी च मदा नहीं कर रहा था, तो मेरे को भी लगा थोड़ा सा, क्योंकि जो मैं उस जोनर में ज़्यादा कंफर्ट नहीं रहता हूँ, क्योंकि मैं हमेशा चाहता हूँ कि इंटरटेनिंग होना चाहिए। मैं मानता हूँ कि उसके बिना कुछ नहीं है, क्योंकि प्रैक्टिकल है तो बिजनेस, हम कर तो वही रहे हैं कि 2 घंटा आप इंटरनेट कर लो, किसी तरह भी कर लो, जहाँ हंसा लो, जहाँ एक्शन से कर लो, जहाँ ड्रामेटिक से कर लो, जहाँ थ्रिलर से कर लो। 2 घंटा आपका पूरा टाइम पास होना चाहिए, बंदा वो 2 घंटा जुड़ा हुआ रहना चाहिए। बिल्कुल। तो आप कैसे कहना चाहते हो, आपके ऊपर, आप किस चीज़ को पसंद कर रहे हो। मैं उस पर वो सोचता हूँ कि मेरी जो मैं कहना चाहता हूँ कि मैं 2 घंटा कुछ बोल पाऊँगा, जब मैं बात कर पाऊँगा, जब मेरी ऑडियंस मेरी कंटेंट के साथ बात कर पाएगी, जहाँ वो उतना टाइम जुड़ पाएगी उसको, तो उस तरह से। तो फिर हम लोगों ने साथ में काम किया, बस फिर ये आया। तो अभी आपने फिल्म देखी है, ट्रेलर देखा है। तो ਹਰਜੀਤਾ ਨੂੰ ਨੈਸ਼ਨਲ ਅਵਾਰਡ ਮਿਲਿਆ ਸੀਗਾ ਜੀ। ਕਿਉਂਕਿ ਤੁਸੀਂ ਉਸ ਫਿਲਮ ਦੇ ਡਾਇਰੈਕਟਰ ਸੀਗੇ। ਜੀ। ਹਰਜੀਤਾ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਮੈਨੂੰ ਲੱਗਦਾ ਸੀਗਾ ਕਿ ਤੁਸੀਂ ਬਹੁਤ ਕਮਾਲ ਦੇ ਡਾਇਰੈਕਟਰ ਹੋ, ਤੇ ਮੈਨੂੰ ਲੱਗਦਾ ਸੀਗਾ ਕਿ ਹੋਰ ਬਹੁਤ ਕਮਾਲ ਦੀਆਂ ਵੱਡੀਆਂ ਫਿਲਮਾਂ ਆਉਣਗੀਆਂ ਹਰਜੀਤਾ ਤੋਂ ਬਾਅਦ। हरजीत के बाद गुडिया पटोले की मैंने, वो बहुत अप्रिशिएट हुई थी। हाँ, वो ह्यूमन इमोशन थी। अच्छा, इमोशनल फिल्म थी, कंटेंट बेस्ड फिल्म थी। वो भी ऐसा कि खाली ये नहीं था कि हा 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 हा, मतलब एक रिश्तों की कहानी थी। तो वो मेरे को लगता कि ठीक फिल्म थी, अच्छी फिल्म थी। उसके बाद एक ही फिल्म थी जो पानी च मदानी, बस ज़्यादा तो कुछ नहीं किया मैंने। तो अभी ये किया है बस। तो अब जैसे आपने बोला कि हरजीता के बाद किसी ने, मैं उल्टा डिप्रेशन में चला गया था हरजीता के बाद। कि जब सबने बहुत ज़्यादा अप्रिशिएट किया था, बहुत ज़्यादा, इतना अप्रिशिएट किया था, चाहे एक्टर्स हो, प्रोड्यूसर्स हो, एनीबॉडी, मतलब जहाँ यहाँ के जिनको मैं नहीं जानता था, मेरे को इतने सारे फ़ोन आए। मैं किसी को नहीं, तब मैं पंजाबी इंडस्ट्री में किसी को नहीं जानता था, बहुत कम लोगों को जानता था, मैं आता भी नहीं था। तो जितना भी थोड़ा बहुत था जगदीप के थ्रू था। तो ना मैं कभी कैमरे के सामने आता था, ना किसी से बात करता था। तो अच्छा लग रहा था, बहुत अच्छा लग रहा था कि इतना सारा अप्रिशिएशन मिल रहा है, इतना। तो जब फिल्म नहीं वर्क की, नंबर्स नहीं तो आए। नंबर्स नहीं मिले, तो चीज़ें सडनली ना ब्लैक में बदलनी शुरू होगी, ग्रे में बदलनी शुरू होगी। तो वो बहुत दुख वाली बात थी। हालांकि उस फिल्म से बहुत लोगों को फ़ायदा हुआ, जैसे 2 नेशनल अवार्ड मिल गए, अप्रिशिएशन दबा के हुआ, एमी का हिंदी में डंका बजा, मतलब फिल्म सब जगह गई। बिल्कुल। तो उससे फ़ायदा तो इनडायरेक्टली डायरेक्टली बहुत ज़्यादा हुआ है। बट फिर एक दुख होता है कि आपको थोड़े टाइम के लिए आपको साइड कर दिया जाता है कि आपको नंबर नहीं मिले, इसलिए आप मतलब ठीक नहीं हो, जो आप इंडस्ट्री के लिए फिट नहीं वधिया डायरेक्टर फिट नहीं हो, तो वो तकलीफ होती है। तो फिर आपको वो जगह भी नहीं मिलती कि आप अपने मन का कर पाओ। और मैं फील्डिंग मतलब इन चीज़ों से बहुत दूर हूँ कि मैनिपुलेट कर लूँ, चीज़ें इकट्ठी कर लूँ, मेरे से नहीं होती। तो इसलिए थोड़ा वैसे ही रह गया। ਜਿੱਤੇ ਕਿਸੇ ਆਰਟਿਸਟ ਦੀ ਜਦੋਂ ਕਿਸੇ ਐਕਟਰ ਦੀ ਫਿਲਮ ਹਿੱਟ ਹੋ ਜਾਂਦੀ ਹੈ, ਕਮਰਸ਼ੀਅਲੀ ਕਾਫੀ ਹਿੱਟ ਹੋ ਜਾਂਦੀ ਹੈ, ਤਾਂ ਉਹਨਾਂ ਨੂੰ ਅੱਗਿਓਂ ਬਹੁਤ ਕੰਮ ਮਿਲਦਾ, ਜਾਂ ਉਹ ਅਗਲੀਆਂ ਆਪਦੇ ਫਿਲਮਾਂ ਦੇ ਲਈ ਆਪਣੀ ਫੀਸ ਵੀ ਜ਼ਿਆਦਾ ਡਿਮਾਂਡ ਕਰਦੇ ਨੇਗੇ। ਇੱਕ ਜਦੋਂ ਫਿਲਮ ਕਮਰਸ਼ੀਅਲੀ ਹਿੱਟ ਹੁੰਦੀ ਹੈ, ਉਹਦੇ ਡਾਇਰੈਕਟਰ ਨੂੰ ਕੀ ਫਾਇਦਾ ਹੁੰਦਾ?
नहीं, फ़ायदा तो बहुत होता है उसके पास भी, जैसे एक्टर के पास होता है, रेशो में फ़र्क होता है। एक्टर को अगर उसका 10 पैसे का अप्रिशिएशन होता है तो डायरेक्टर का 2 पैसे का होता है, डिफरेंस इतना ही है। बट फ़ायदा दोनों को होता है, बट ज़्यादा फ़ायदा स्टार को होता है, डायरेक्टर को थोड़ा कम होता है क्योंकि इज ए टेक्नीशियन। ਬਿਲਕੁਲ ਸਿਰ ਮੈਂ ਜਦੋਂ ਫਿਲਮ ਦੀ ਸਕਰੀਨਿੰਗ ਤੋਂ ਬਾਅਦ ਹੀ ਮੇਰਾ ਬਹੁਤ ਕੁਝ ਲਿਖਣ ਨੂੰ ਦਿਲ ਕਰਦਾ ਸੀਗਾ ਕਿਉਂਕਿ ਬਹੁਤ ਹੀ ਛੋਟੇ-ਛੋਟੇ ਖੂਬਸੂਰਤ ਐਲੀਮੈਂਟ ਸੀਗੇ। ਕੁਝ ਐਲੀਮੈਂਟ ਇਦਾਂ ਦੇ ਸੀਗੇ ਜਿਹੜੀਆਂ ਮੈਨੂੰ ਲੱਗਦਾ ਕਿ ਸ਼ਾਇਦ ਹਰਿੰਦਰ ਪਿੰਡ ਤੋਂ ਨੇਗੇ ਜਾਂ ਇਹਨਾਂ ਨੇ ਪਿੰਡ ਦੇ ਘਰਾਂ ਦਾ ਉਹ ਮਾਹੌਲ ਦੇਖਿਆ ਹੋਇਆ ਜਿਹੜਾ ਇੱਕ ਪਿਓ ਪੁੱਤ ਦੀ ਲੜਾਈ ਦੀ ਜਿਹੜੀ ਘਬਰਾਹਟ ਹੁੰਦੀ ਆ ਤਾਂ ਉਹ ਵੀ ਸਕਰੀਨ ਤੇ ਦਿਸੀ ਆ ਹਨਾ। ਤੇ ਮੈਨੂੰ ਲੱਗਦਾ ਕਿ ਸ਼ਾਇਦ ਉਹ ਜੇ ਪਿੰਡ 'ਚ ਰਹਿੰਦੇ ਨੇ ਤਾਂ ਹੀ ਉਹ ਲਿਖ ਸਕੇ ਕਿਉਂਕਿ ਅਸੀਂ ਉਹਨਾਂ ਮਾਹੌਲ ਦੇ ਵਿੱਚੋਂ ਹੀ ਰਹਿ ਕੇ ਆਏ ਹਾਂ ਹਨਾ। ਤਾਂ ਮੈਂ ਸਿਰਫ ਮੇਰੇ ਤੋਂ ਜ਼ਿਆਦਾ ਕੁਝ ਐਕਸਪਲੇਨ ਨਹੀਂ ਕਰ ਹੋਇਆ ਅਤੇ ਮੈਂ ਸਿਰਫ ਇੰਨਾ ਲਿਖਿਆ ਸੀਗਾ ਕਿ ਇੱਕ ਚੰਗੀ ਫਿਲਮ ਉਦੋਂ ਬਣਦੀ ਆ ਜਦੋਂ ਇੱਕ ਲੇਖਕ ਨੂੰ ਚੰਗਾ ਇੱਕ ਕਹਾਣੀ ਨੂੰ ਚੰਗਾ ਡਾਇਰੈਕਟਰ ਅਤੇ ਡਾਇਰੈਕਟਰ ਨੂੰ ਚੰਗੀ ਕਹਾਣੀ ਮਿਲਦੀ ਆ। ਅਤੇ ਮੈਨੂੰ ਲੱਗਦਾ ਕਿ ਇਹ ਫਿਲਮ ਕਲੀ ਜੋਟਾ ਐਵੇਂ ਸੀ। ਜਦੋਂ ਹਰਿੰਦਰ ਉਹਨਾਂ ਨੇ ਕਹਾਣੀ ਤੁਹਾਡੇ ਕੋਲ ਲੈ ਕੇ ਆਂਦੀ, ਫਾਈਨਲ ਡਰਾਫਟ ਹੋ ਗਿਆ, ਇਹਨਾਂ ਨੇ ਆਪਣੀ ਪਿਛਲੀ ਇੰਟਰਵਿਊ ਵਿੱਚ ਦੱਸਿਆ ਕਿ ਮੈਂ ਇਕੱਲੀ ਨੇ ਕਹਾਣੀ ਜਾਂ ਇਕੱਲੀ ਮੈਂ ਨਹੀਂ ਕਰ ਸਕਦੀ ਸੀ ਕਿਉਂਕਿ ਉਹਨਾਂ ਨੂੰ ਕਾਫੀ ਗਾਈਡੈਂਸ ਤੁਹਾਡੀ ਸੀਗੀ। ਜਦੋਂ ਇੱਕ ਚੰਗੀ ਕਹਾਣੀ ਡਾਇਰੈਕਟਰ ਕੋਲੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਡਾਇਰੈਕਟਰ ਦਾ ਰਿਸਪੌਂਸ ਕੀ ਹੁੰਦਾ ਆ? डिपेंड है वो आप उस चीज़ को कैसे ले रहे हो। मैं जैसे बोला कि मैं जैसे इस तरह की कहानी है, एक तो ये प्रोजेक्ट नहीं है, तो डे वन जो भी लेगा इसको ये सोच के लेगा कि वो प्रोजेक्ट नहीं कर रहा। जैसे प्रोजेक्ट का एक डिज़ाइन होता है कि थोड़ा ये, जैसे मैं हर इंटरव्यू में यही डायलॉग बोला है, लाइन बोली हुई है। तो ये कहानी अगर कोई इस कहानी को एक्सेप्ट करता है तो अपने आप ही उससे जुड़ जाता है। इस कहानी को आपको टाइम देना पड़ेगा इस कहानी से। और मेरी तो वैसे भी नेचर है, तो मैं हर चीज़ में इन्वॉल्व होने की जहाँ उसमें टाइम देने की कोशिश करता हूँ, क्योंकि तो मेरे को लगता है कि उसके बिना मतलब मैं खुद सेटिस्फाई नहीं रहता। मेरे को लगता है कहीं तो मैं कुछ छोड़ रहा हूँ या मिस कर रहा हूँ जाऊँ। तो मेरे को लगता है आप हर चीज़ से थोड़ा थोड़ा जितना जुड़ सकते हो मैक्सिमम तो जुड़े रहना चाहिए, हर डायरेक्टर को करना चाहिए। इसलिए पोस्ट में भी बैठता हूँ, तो उसमें मैं 2 फिल्में और कर सकता हूँ बट मैं नहीं करता हूँ क्योंकि पैसे तो फिर मेरे को जब तकलीफ़ होती है तो फिर कैमरे में फिल्म कर लूँगा तो अच्छा खासा पैसा मिल जाता है, तो फिर टेंशन नहीं है। तो इसलिए मैं इस काम को एंजॉय करता हूँ। मेरे को लगता है कि चलो ठीक है, मैं प्रोजेक्ट नहीं बना रहा हूँ, मैं फ़िल्म बना रहा हूँ, कोशिश करता हूँ बिल्कुल कि मैं फ़िल्म बनाऊँ। तो मैं प्रोजेक्ट या फिल्म में ये डिफरेंस नहीं कि मैं फ़िल्म ना चले मैं कमर्शियली पहले सोचता हूँ कि चल जाए, ये मतलब इंटरटेनिंग हो जाए। जैसे गुड्डिया बटोले थी तो मैं आई एम वेरी हैप्पी कि वो चलो अप्रिशिएशन होगी, हिट भी होगी, चल भी गई, तो अच्छा भी लगता है। बट आपका उसमें इन्वॉल्वमेंट बहुत ज़रूरी है। जैसे बहुत सारे लोग हैं ना, मतलब ऐसे जुड़ते हैं, आज एक ये फिर 2 फिर 3 फिर 4, वो हर किसी का अपनी अपनी नेचर है, हर किसी का अपना अपना। मेरे से मुश्किल होता है, मेरे को ये करना बहुत मुश्किल होता है। ਇੱਕ ਚੀਜ਼ ਇਹਨਾਂ ਨੇ ਹੋਰ ਕਹੀ ਸੀ ਵੀ ਕਹਾਣੀ ਜਿੰਨੀ ਮੈਂ ਲਿਖੀ ਸੀ ਵੀ ਜਿੰਨੀ ਖੂਬਸੂਰਤੀ ਦੇ ਨਾਲ ਲਿਖੀ ਸੀ जी ਪਰ ਉਹਦੀ ਜੋ ਐਗਜ਼ੀਕਿਊਸ਼ਨ ਮਿਲੀ ਆ ਮੈਨੂੰ ਉਹ ਉਹਦੇ ਨਾਲੋਂ ਵੀ ਬੇहद ਖੂਬਸੂਰਤ ਸੀਗੀ। जी हाँ, ये बात तो जगदीप भी बोलता है उसने अपने हर उसमें बोली है, मतलब गुड्डिया बटोले में भी बोली है। जैसे गुड्डिया बटोले के टाइम वो फिल्म कर रहा था, उसकी फिल्म शूटिंग चल रही थी छड़ा की, तो हम दोनों की पैरेलल शूटिंग चल रही थी। वो पटियाला में छड़ा कर रहा था और मैं इधर गुड्डिया बटोले कर रहा था। तो वो कभी फ़ोन पे बात करता था कि कुछ सीन जैसे वो जिसमें सब दादी सोई हुई ना, बच्चों को वो कर रही है, इमोशनल सीन था जो, तो उसने फ़ोन पे बोला दादू ऐसा कुछ। तो जब उसने देखा तो वेरी हैप्पी, उसको अच्छा लगा कि उसने फिर बोला था मैं इंटरव्यू में कि दादू मेरे को वो देते हैं जितना मैं चाहता हूँ या जितना मैं सोच रहा होता हूँ उससे ज़्यादा मेरे को रिटर्न मिलता है। तो बेसिकली डायरेक्टर की वो ड्यूटी है, उसका काम वही है, क्योंकि वो डायरेक्टर इसलिए है। तो जहाँ वो म्यूजिक डायरेक्टर नहीं है, राइटर नहीं है या फाइटर नहीं है, डायरेक्टर इसलिए है कि इसकी वो ड्यूटी है कि आपका जो कंटेंट है, आपके पास जो स्टोरी है, आप सही से कन्वे कर पाओ। तो वो होना, अगर वो नहीं सही से कन्वे कर पाया तो वो डायरेक्टर नहीं है। स्क्रिप्ट अच्छी है बुरी है वो राइटर का जॉब है। अगर बुरी भी है तो भी आप उस चीज़ को सही से कन्वे कर दो कि चाहे वो बुरा कन्वे हो, फ्लॉप हो जाए या ख़राब दिखे, बट आपकी तरफ से वो सही कन्वे होना चाहिए, आप में गलती नहीं होनी चाहिए। तो मैं हमेशा वही कोशिश करता हूँ कि जो कंटेंट मेरे पास है, अगर जितना मेरे को समझ में आता है तो मैं शेयर करने, बात करके उसको ठीक करने की, जहाँ मिल के उसको जितना समझ में आता है वो करता हूँ। बट मैं कोशिश करता हूँ कि जितना राइटर ने मेरे को दिया है
मैं उसको सही से उसको कन्वे कर दूँ, मेरी तरफ से उसमें कोई माइनस पॉइंट ना रह जाए। तो मेरे को लगता है वो डायरेक्टर का बहुत बड़ा रोल है। और डायरेक्टर एक मैनेजमेंट है कि जो हर चीज़ को जोड़ता है। तो हालांकि हमने अभी बिजनेस बना लिया है, बट वो ऐसा है नहीं है, उसका अब भी अलग तरह से उसको मैनेजमेंट बन गया है। वैसे वो ऐसा नहीं है, क्योंकि वो म्यूज़िक ढूंढता है, वो एडिटर, वो हर डिपार्टमेंट को जोड़ के इकट्ठा करना, फिर उसको बिल्कुल एक ही पेस में लेके चलना, तो है तो थोड़ा टफ। ਇੰਨੀ ਐਪਰੀਸੀਏਸ਼ਨ ਮਿਲ ਰਹੀ ਆ ਫਿਲਮ ਨੂੰ। ਐਂਡ ਜਗਦੀਪ ਵੜਿੰਗ ਉਹਨਾਂ ਨੇ ਕਿਹਾ ਸੀਗਾ, ਉਹਨਾਂ ਨੇ ਸਾਰਿਆਂ ਬਾਰੇ ਲਿਖਿਆ, ਸਰ ਬਾਰੇ ਵੀ ਲਿਖਿਆ ਕਿ ਇੰਨੇ ਘੰਟੇ ਲਗਾਤਾਰ ਖੜ ਕੇ ਕੰਮ ਕਰਨਾ ਮਤਲਬ ਸਾਡੇ ਲਈ ਇਨਸਪੀਰੇਸ਼ਨ ਹੈ। ਤੇ ਕਈ ਵਾਰ ਸਾਨੂੰ ਦੇਖ ਕੇ ਸ਼ਰਮ ਆਉਂਦੀ ਹੁੰਦੀ ਸੀ ਕਿ ਅਸੀਂ ਜ਼ਿਆਦਾ ਮਤਲਬ ਜਵਾਨ ਉਹਨਾਂ ਦੇ ਨਾਲੋਂ, ਤੇ ਅਸੀਂ ਕਿਉਂ ਨਹੀਂ ਕਰਦੇ ਹੈਗੇ। ਤੇ ਤੁਹਾਡੇ ਲਈ ਉਹਨਾਂ ਨੇ ਕਿਹਾ ਸੀਗਾ ਕਿ ਤੂੰ ਆਪਣੀਆਂ ਸਾਰੀਆਂ ਦੁੱਖ ਤਕਲੀਫਾਂ ਨੂੰ ਸਾਈਡ ਰੱਖ ਕੇ ਜਾਂ ਭੁੱਲ ਕੇ ਇਸ ਕਹਾਣੀ ਤੇ ਕੰਮ ਕੀਤਾ। ਸੋ ਉਸ ਟਾਈਮ ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਸੀ ਜਦੋਂ ਤੁਸੀਂ ਕਹਾਣੀ ਲਿਖ ਰਹੀ ਸੀ ਜਾਂ ਇਹ ਕਹਾਣੀ ਸ਼ੂਟ ਹੋ ਰਹੀ ਸੀ? ਨਿੱਜੀ ਜ਼ਿੰਦਗੀ ਜਿਵੇਂ ਤੁਸੀਂ ਕਹਿ ਰਹੇ ਹੋ ਸੀ, ਤਾਂ ਮੈਂ ਭੁੱਲ ਕੇ ਹੀ ਲਿਖ ਰਹੀ ਸੀ। ਤਾਂ ਮੈਨੂੰ ਲੱਗਦਾ ਵੀ ਮੈਨੂੰ ਵੀ ਨਹੀਂ ਇੰਨਾ ਧਿਆਨ ਹੈਗਾ ਕਿ ਅੱਛਾ ਕੁਛ ਇਸ ਤਰ੍ਹਾਂ ਦਾ। ਬਸ ਇਹ ਕਹਿ ਸਕਦੇ ਹਾਂ ਕਿ ਤੁਸੀਂ ਜਦੋਂ ਆਪਣੇ ਦਿਲ ਦਾ ਕੰਮ ਕਰਦੇ ਹੋ, ਜੋ ਤੁਸੀਂ ਕਰਨਾ ਚਾਹੁੰਦੇ ਹੋ ਨਾ, ਜਿਹਦੇ 'ਚ ਤੁਹਾਨੂੰ ਪੈਸ਼ਨ ਆ, ਤਾਂ ਤੁਸੀਂ ਸੱਚੀ 'ਚ ਭੁੱਲ ਜਾਂਦੇ ਹੋ ਵੀ ਤੁਹਾਨੂੰ ਹੋਰ ਪ੍ਰੋਬਲਮਸ ਨੇ। ਮੈਨੂੰ ਫਿਜ਼ੀਕਲੀ ਬੈਕ ਦੀ ਪ੍ਰੋਬਲਮ ਹੈ, ਤਾਂ ਉਹਦੇ 'ਚ ਜਿੱਦਾਂ ਸਿਟਿੰਗ ਔਰ ਖੜ ਕੇ ਕੰਮ ਕਰਨਾ ਕਾਫੀ ਟਫ ਹੁੰਦਾ ਮੇਰੇ ਲਈ। ਬਟ ਦਾਦੂ ਨਾਲ ਜਦੋਂ ਅਸੀਂ ਇੱਥੇ ਕੰਮ ਕਰਦੇ ਸੀ ਸੈੱਟ 'ਤੇ, ਲਾਈਕ ਤੁਸੀਂ ਭੁੱਲ ਹੀ ਜਾਂਦੇ ਹੋ। ਤੁਸੀਂ ਜਦੋਂ ਜਾ ਕੇ ਬੈੱਡ 'ਤੇ, ਅਸੀਂ ਜਿਵੇਂ ਸਵੇਰੇ 5 ਵਜੇ ਆਉਂਦੇ ਸੀ ਮੈਂ ਅਤੇ ਦਾਦੂ, ਹੈ ਨਾ, ਅਤੇ ਦਾਦੂ ਨਾਲ ਸਾਰਾ ਦਿਨ ਤੁਸੀਂ ਖੜੇ ਰਹੋਗੇ। ਜਦੋਂ ਦਾਦੂ ਕੰਮ ਕਰ ਰਹੇ, ਤੁਸੀਂ ਸਾਰਾ ਦੇਖਦੇ ਹੋ, ਸਾਰਾ ਟਾਈਮ ਦਾਦੂ ਤੋਂ ਸਿੱਖਦੇ ਹੋ, ਹੈ ਨਾ। ਸੀਨਸ ਅਸੀਂ ਨਰੇਟ ਕਰਦੇ ਹਾਂ, ਡਿਸਕਸ ਕਰਦੇ ਹਾਂ, ਸਭ ਕੁਛ ਚੱਲਦਾ। ਤਾਂ ਮਤਲਬ ਰਾਤ ਨੂੰ ਜਦੋਂ ਤੁਸੀਂ 9-10 ਵਜੇ ਆਪਦੇ ਰੂਮ 'ਚ ਜਾਂਦੇ ਹੋ, ਤੁਸੀਂ ਬੈੱਡ 'ਤੇ ਪੈਂਦੇ ਹੋ, ਤੁਹਾਨੂੰ ਤਾਂ ਰਿਅਲਾਈਜ਼ ਹੁੰਦਾ ਕਿ ਤੁਸੀਂ ਕਿੰਨੀ ਤੁਹਾਨੂੰ ਬਾਡੀ 'ਚ ਪੇਨ ਹੈ, ਤੁਹਾਡੀ ਬੈਕ ਕਿੰਨੀ, ਹੈ ਨਾ, ਪੇਨ ਹੋ ਰਿਹਾ ਤੁਹਾਨੂੰ, ਤਾਂ ਤੁਸੀਂ ਪੇਨ ਕਿਲਰ ਲੈ ਕੇ ਸੌ ਜਾਂਦੇ ਹੋ। ਬਟ ਤੁਹਾਨੂੰ ਕੰਮ ਕਰਦੇ ਹੋਏ ਉਹ ਯਾਦ ਨਹੀਂ ਰਹਿੰਦਾ, ਹੈ ਨਾ। ਤਾਂ ਹੀ ਜੇ ਕੁਛ ਵੀ ਮੈਨੂੰ ਹੋਰ ਕੁਛ ਦਿੱਕਤਾਂ ਪ੍ਰੋਬਲਮਸ ਮਤਲਬ ਸੀਗੀਆਂ, ਤਾਂ ਮੈਨੂੰ ਲੱਗਦਾ ਕਿ ਇਹ ਕਹਾਣੀ ਨੇ ਮੈਨੂੰ ਇੱਕ ਲਾਈਟ ਦਿੱਤੀ ਕਿ ਮੈਂ ਸਾਰੇ ਕਾਸੇ 'ਚੋਂ ਮੈਨੂੰ ਬਾਹਰ ਕੱਢ ਲੂਗੀ ਇਹ ਚੀਜ਼, ਹੈ ਨਾ। ਕੁਛ ਵੀ ਜੇ ਕੋਈ ਪ੍ਰੋਬਲਮ ਹੈ ਤਾਂ ਲਾਈਕ ਮੇਰਾ ਕੰਮ ਮੈਨੂੰ ਇਹਨਾਂ ਚੀਜ਼ਾਂ 'ਚੋਂ ਮਤਲਬ ਇੱਕ ਲਾਈਟ ਮੈਨੂੰ ਦਿਖੀ ਕਿ ਜੇ ਮੈਂ ਇੱਧਰ ਮੈਂ ਆਪਦਾ ਕੰਮ ਕਰਨਾ, ਬਸ ਜਦੋਂ ਮਤਲਬ ਉੱਧਰ ਫੋਕਸ ਹੋਇਆ ਤਾਂ ਬਾਕੀ ਸਾਰੀਆਂ ਚੀਜ਼ਾਂ ਮਾਈਨਰ ਹੋ ਗਈਆਂ। ਜੇ ਕੋਈ ਦੁੱਖ ਤਕਲੀਫ, ਕੋਈ ਟੈਨਸ਼ਨ, ਕੁਛ ਇੱਦਾਂ ਦਾ ਕੁਛ ਵੀ ਸੀ, ਹੈ ਨਾ, ਤਾਂ ਮੇਰੀ ਸਾਰੀ ਐਨਰਜੀ ਜਿਹੜੀ ਆ ਉਹ ਇੱਧਰ ਸ਼ਿਫਟ ਹੋ ਗਈ। ਐਂਡ ਉਸ ਚੀਜ਼ ਨੇ ਮੈਨੂੰ ਬਹੁਤ ਸੰਭਾਲਿਆ ਵੀ। ਤਾਂ ਕਹਿੰਦੇ ਆ ਨਾ ਵੀ ਜਿਹੜਾ ਕੰਮ ਅਸੀਂ ਦਿਲ ਤੋਂ ਕਰਦੇ ਹਾਂ ਨਾ, ਜਿਵੇਂ ਸਾਡੇ ਕਰੈਕਟਰ ਰਾਬੀਆ ਵੀ ਆ, ਵੀ ਜਦੋਂ ਤੁਸੀਂ ਕੋਈ ਵੀ ਬੰਦਾ ਉਦੋਂ ਖਤਮ ਨਹੀਂ ਹੁੰਦਾ ਜਦੋਂ ਉਹਨੂੰ ਕੋਈ ਦੁੱਖ ਤਕਲੀਫਾਂ ਆਉਂਦੀਆਂ ਜਾਂ ਉਹਦੀ ਲਾਈਫ 'ਚ ਪ੍ਰੋਬਲਮਸ ਹੁੰਦੀਆਂ। ਬੰਦਾ ਉਦੋਂ ਖਤਮ ਹੁੰਦਾ ਜਦੋਂ ਤੁਸੀਂ ਉਹਦੇ ਤੋਂ ਉਹਦਾ ਕੰਮ ਖੋਹ ਲੈਂਦੇ ਹੋ ਜਿਹੜਾ ਉਹਨੂੰ ਪਸੰਦ ਹੈ, ਹੈ ਨਾ। ਔਰ ਕੋਈ ਬੰਦਾ ਦੁਬਾਰਾ ਉੱਗ ਸਕਦਾ ਜੇ ਤੁਸੀਂ ਉਹਨੂੰ ਉਹਦਾ ਕੰਮ ਦੁਬਾਰਾ ਕਰਨ ਤੋਂ ਮਿਲਦਾ, ਹੈ ਨਾ। ਤਾਂ ਮੈਨੂੰ ਵੀ ਇਹੀ ਲੱਗਦਾ ਕਿ ਇਸ ਕੰਮ 'ਚ ਮੈਂ ਇੰਨਾ ਰੁੱਝ ਗਈ ਜਾਂ ਇੰਨਾ ਮੇਰਾ ਧਿਆਨ ਸੀ ਕਿ ਹੋਰ ਕੁਛ ਮੈਨੂੰ ਯਾਦ ਹੀ ਨਹੀਂ ਰਿਹਾ ਕਿ ਹਾਂ ਕੀ ਪ੍ਰੋਬਲਮ ਸੀ ਜਾਂ ਉਹ ਸਭ कुछ भी समय बहुत हार्ड वर्क किया। कभी कभी तो मेरे को दुख हो, मतलब मेरे को बुरा लगता था क्योंकि मैं बैठता कभी नहीं सेट पे, नेवर। तो मैं 12 घंटे हो, 14 घंटे हो, मैं मोस्टली खड़ा रहता हूँ, भागता रहता हूँ। तो ये सबको प्रॉब्लम होती है, मेरे असिस्टेंट्स को, इनको सबको। तो इसको बैक का प्रॉब्लम था, ये कहीं जाके 2 मिनट बैठती थी तो मैं चिल्लाता था, भाग के आती थी, हाँ दादू भाई। तो ये बाद में बोलती थी किधर है, दादू बैक दुख रही है। तो ऐसा बहुत है। फिर मेरे को थोड़े टाइम बाद रियलाइज होता था नहीं यार, वो मतलब आदत नहीं होती हर, मेरे को तो शुरू से मेरी बॉडी को आदत लगी हुई है ये करने की। ਨਹੀਂ ਬਟ ਇਸ ਚੀਜ਼ ਨਾਲ ਅਸੀਂ ਦਾਦੂ ਨਾਲ ਕੰਮ ਕਰਕੇ ਸਿੱਖਿਆ ਬਹੁਤ ਕਿ ਤੁਸੀਂ ਆਪਦੀ ਹੈਲਥ ਨੂੰ ਵੀ, ਜੇ ਤੁਹਾਡਾ ਕੰਮ ਇਦਾਂ ਦਾ, ਤੁਸੀਂ ਕਿੰਨਾ ਧਿਆਨ ਦੇਣਾ ਤਾਂ ਕਿ ਤੁਹਾਨੂੰ ਕੋਈ ਵੀ ਪ੍ਰੋਬਲਮ ਨਾ ਆਵੇ, ਹੈ ਨਾ। ਔਰ ਕਿ ਤੁਸੀਂ ਕੰਮ, ਉਹ ਇਨਸਪੀਰੇਸ਼ਨ ਹੁੰਦੀ ਹੈ। ਹਾਲਾਂਕਿ ਦਾਦੂ ਤੋਂ ਅਸੀਂ ਬਹੁਤ ਸਿੱਖਿਆ ਕਿ ਇੱਕ ਹੈਲਦੀ ਲਾਈਫ ਸਟਾਈਲ ਕਿੰਨਾ ਜ਼ਰੂਰੀ ਆ ਇੱਦਾਂ ਦਾ। ਜਦੋਂ ਤੁਸੀਂ ਕੰਮ ਕਰਦੇ ਹੋ, ਤੁਹਾਡਾ ਕੰਮ ਜਦੋਂ ਬਹੁਤ ਜ਼ਿਆਦਾ ਟਾਈਮ ਕੰਜ਼ਿਊਮਿੰਗ ਆ, ਬਹੁਤ ਤੁਹਾਡੀ ਐਨਰਜੀ ਲੈਂਦਾ, ਹੈ ਨਾ, ਫਿਜ਼ੀਕਲ ਮੈਂਟਲ ਐਨਰਜੀ, ਤਾਂ ਉਹਦੇ ਲਈ ਤੁਹਾਡੀ ਹੈਲਥ ਕਿੰਨੀ ਜ਼ਰੂਰੀ ਆ, ਹੈ ਨਾ। ਤਾਂ ਉਹ ਚੀਜ਼ ਵੀ ਅਸੀਂ ਦਾਦੂ ਤੋਂ ਸਿੱਖੀ ਕਿ ਲਾਈਕ ਉਹ ਇੰਨੇ ਫਿੱਟ ਨੇ, ਇਸ ਏਜ 'ਚ ਵੀ ਸਾਡੇ ਲਈ ਸਿੱਖਣ ਵਾਲੀ ਗੱਲ ਹੈ, ਹੈ ਨਾ, ਕਿ ਅਸੀਂ ਆਪਣੀਆਂ ਚੀਜ਼ਾਂ 'ਤੇ ਧਿਆਨ ਦੇਈਏ। ਰਾਬੀਆ ਦਾ ਇਸ ਫਿਲਮ ਦੇ ਵਿੱਚ ਪ੍ਰੋਫੈਸ਼ਨ ਟੀਚਿੰਗ ਹੀ ਕਿਉਂ ਸੀਗਾ? ਕਿਉਂਕਿ ਜੇ ਆਪਾਂ ਫਿਜ਼ੀਕਲ ਜਾਂ ਮੈਂਟਲ ਵਾਇਲੇਸ਼ਨ ਦੀ ਗੱਲ ਕਰੀਏ ਤਾਂ ਉਹ ਹਰ ਜਗ੍ਹਾ ਹੋ ਰਹੀ ਆ, ਹਰ ਸੈਕਟਰ 'ਚ ਹੋ ਰਹੀ ਆ, ਹਰ ਫੀਲਡ 'ਚ ਹੋ ਰਹੀ ਆ। ਪਰ ਪਰਟੀਕੁਲਰਲੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਕੁੜੀਆਂ ਦੇ ਲਈ ਮੰਨਿਆ ਜਾਂਦਾ ਕਿ ਸੈਲੀਬ੍ਰੇਟਡ ਕਿੱਤਾ ਆ ਜਾਂ ਸੇਫ ਕਿੱਤਾ ਆ, ਹੈ ਨਾ,
ਤਾਂ ਜੀ, ਜੀ। ਉਹੀ ਇੱਕ ਕਿੱਤਾ ਤੁਸੀਂ ਰਾਬੀਆ ਦੇ ਲਈ ਚੁਣਿਆ ਤੇ ਜਿੱਥੇ ਉਹਨੂੰ ਮੈਂਟਲੀ ਹਰਾਸ ਕੀਤਾ ਜਾਂਦਾ ਹੈ ਜਾਂ ਫਿਜ਼ੀਕਲੀ ਹਰਾਸ ਕੀਤਾ ਜਾਂਦਾ ਹੈ। ਹਾਂਜੀ, ਇਹਦੇ ਪਿੱਛੇ ਬਹੁਤ ਸਾਰੇ ਰੀਜ਼ਨ ਸੀਗੇ। ਇੱਕ ਤਾਂ ਉਹਦਾ ਕੈਰੈਕਟਰ ਸ਼ੁਰੂ ਤੋਂ ਜਿਵੇਂ ਆਪਾਂ ਬਿਲਡ ਕੀਤਾ ਤਾਂ ਉਹ ਇੱਕ ਬਹੁਤ ਹੀ ਇਨਸਪੀਰੇਸ਼ਨਲ ਕਾਈਂਡ ਆਫ ਕੈਰੈਕਟਰ ਹੈ ਕਿ ਉਹ ਛੋਟੀ ਛੋਟੀ ਗੱਲ ਨੂੰ ਇੱਕ ਪੋਜ਼ਿਟਿਵ ਤਰੀਕੇ ਨਾਲ ਲੈਂਦੀ ਹੈ ਤੇ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਇੰਜੋਏ ਕਰਦੀ ਹੈ, ਹੈ ਨਾ। ਔਰ ਉਹਦੀ ਜਿਹੜੀ ਸਟੱਡੀ ਆ ਆਪਾਂ ਮਤਲਬ ਉਹ ਇਸ ਤਰ੍ਹਾਂ ਦੀ ਦਿਖਾਈ ਹੈ ਕਿ ਉਹ ਟੀਚਿੰਗ ਲਾਈਨ ਵੱਲ ਉਹਦੀ ਟ੍ਰੇਨਿੰਗ ਹੁੰਦੀ ਹੈ, ਹੈ ਨਾ। ਔਰ ਦੂਸਰਾ ਮੈਨੂੰ ਇਹ ਲੱਗਦਾ ਕਿ ਮੈਨੂੰ ਜਿੰਨੇ ਵੀ ਮੇਰੇ ਆਪਦੇ ਦੋਸਤਾਂ ਨਾਲ ਵੀ ਜਾਂ ਮੈਂ ਆਲੇ ਦੁਆਲੇ ਦੇਖਿਆ ਤਾਂ ਮੈਨੂੰ ਲੱਗਦਾ ਹੁੰਦਾ ਸੀ ਟੀਚਿੰਗ ਇੱਕ ਇਹੋ ਜਿਹਾ ਪ੍ਰੋਫੈਸ਼ਨ ਹੈ ਜਿਹਦੇ 'ਚ ਹਾਈਲੀ ਓਨੈਸਟ ਬੰਦਿਆਂ ਨੂੰ ਜਾਣਾ ਚਾਹੀਦਾ ਕਿ ਸਿਰਫ ਇਹ ਨਹੀਂ ਕਿ ਤੁਹਾਨੂੰ ਮਹੀਨੇ ਦੀ ਇੰਨੀ ਤਨਖਾਹ ਮਿਲ ਰਹੀ ਹੈ, ਇੱਕ ਇਨਕਮ ਆ ਰਹੀ ਹੈ ਤਾਂ ਤੁਸੀਂ ਤਾਂ ਉਸ 'ਚ ਜਾ ਰਹੇ ਹੋ। ਨੋ, ਇੱਕ ਬਹੁਤ ਰਿਸਪੌਂਸਿਬਿਲਟੀ ਵਾਲੀ ਜੌਬ ਆ। ਤੁਹਾਡੇ ਹੱਥ ਦੇ ਵਿੱਚ ਜਨਰੇਸ਼ਨਸ ਨੇ, ਤੁਹਾਡੇ ਹੱਥ ਦੇ ਵਿੱਚ ਸਾਡਾ ਫਿਊਚਰ ਹੈ ਨਾ। ਤੁਸੀਂ ਉਹਨਾਂ ਨੂੰ ਕੀ ਦੇ ਰਹੇ ਹੋ, ਕੀ ਸਿਖਾ ਰਹੇ ਹੋ। ਔਰ ਉਸ ਕੁੜੀ ਦਾ ਕੈਰੈਕਟਰ ਇਹੋ ਜਿਹਾ ਕਿ ਉਹ ਇੰਨੀ ਪਿਓਰਿਟੀ ਨਾਲ ਸਰਵਿਸ ਆਪਦੀ ਦੇਣਾ ਚਾਹੁੰਦੀ ਆ ਔਰ ਇੰਨਾ ਛੋਟਿਆਂ ਬੱਚਿਆਂ ਨਾਲ ਇੰਨਾ ਉਹ ਕਨੈਕਟ ਕਰਦੀ ਆ ਉਸ ਇਨੋਸੈਂਸ ਨਾਲ, ਹੈ ਨਾ। ਤਾਂ ਇਸ ਵਜ੍ਹਾ ਕਰਕੇ ਟੀਚਿੰਗ ਸੀ। ਔਰ ਦੂਸਰਾ ਇਹ ਸੀ ਕਿ ਜਿਸ ਟਾਈਮ ਦੇ ਵਿੱਚ ਆਪਣੀ ਫਿਲਮ ਸੈੱਟ ਹੈ, ਜਦੋਂ ਉਹ ਜੌਬ ਕਰਨ ਲਈ ਜਾਂਦੀ ਹੈ ਨਾ, ਲੇਟ 90s ਔਰ 20s ਨਾ ਅਰਲੀ 20s, ਤਾਂ ਉਦੋਂ ਇਹ ਪ੍ਰੋਫੈਸ਼ਨ ਬਹੁਤ ਜ਼ਿਆਦਾ ਅਪਟ ਕੀਤਾ ਗਿਆ ਕੁੜੀਆਂ ਵੱਲੋਂ, ਹੈ ਨਾ। ਕਿ ਜੇ 90% ਮੈਂ ਕਹਾਂ ਤਾਂ ਕੁੜੀਆਂ ਜਿਹੜੀਆਂ ਇਹਨਾਂ ਜੌਬਸ ਵੱਲ ਗਈਆਂ। ਔਰ ਕਿਉਂਕਿ ਉਹੀ ਗੱਲ ਤੁਹਾਡੀ ਕਿ ਆਪਾਂ ਇਹਨੂੰ ਇੱਕ ਸੇਫ ਔਰ ਸਿਕਿਉਰ ਕਿੱਤਾ ਮੰਨਦੇ ਆ ਕੁੜੀਆਂ ਲਈ, ਬਟ ਸੇਫ ਐਂਡ ਸਿਕਿਉਰ ਕੀ ਹੈ ਨਾ। ਇਹ ਸਾਡੀ ਇਲੂਜ਼ਨ ਹੈ ਨਾ। ਤੇ ਸੇਫ ਐਂਡ ਸਿਕਿਉਰ ਤਾਂ ਇੱਕ ਮਾਹੌਲ ਹੁੰਦਾ, ਉਹ ਅਸੀਂ ਦੇਣ 'ਚ ਕਿਤੇ ਵੀ ਕਾਮਯਾਬ ਹੋਏ ਆ ਜਾਂ ਨਹੀਂ ਹੋਏ, ਸਵਾਲ ਉਹ ਹੈ ਨਾ। ਫਿਰ ਕਿੱਤਾ ਚਾਹੇ ਤੁਸੀਂ ਕੋਈ ਵੀ ਚੂਜ਼ ਕਰੋ, ਸੇਫ ਕਰਕੇ ਚੂਜ਼ ਕਰੋ, ਜੇ ਉੱਥੇ ਸਾਡੀ ਸਰਾਊਂਡਿੰਗ ਔਰ ਮਾਹੌਲ ਉੱਦਾਂ ਦਾ ਤਾਂ ਕੁਝ ਵੀ ਸੇਫ ਨਹੀਂ ਹੈ। ਤਾਂ ਉਹ ਵੀ ਇੱਕ ਸਵਾਲ ਖੜਾ ਕਰਦਾ ਕਿ ਜਿਹੜੀਆਂ ਚੀਜ਼ਾਂ ਨੂੰ ਅਸੀਂ ਸੇਫ ਸਮਝਦੇ ਹਾਂ ਕਿਤੇ ਨਾ ਕਿਤੇ ਉਹ ਵੀ ਸੇਫ ਹਨ ਜਾਂ ਨਹੀਂ ਹਨ। ਬਿਲਕੁਲ ਸਰ, ਅੱਜ ਦੇ ਟਾਈਮ 'ਚ ਕਈ ਵਾਰੀ ਆਪਾਂ ਇਹ ਸੋਚ ਲੈਂਦੇ ਹਾਂ ਕਿ ਨਹੀਂ ਅੱਜ ਦੇ ਟਾਈਮ 'ਚ ਇਹ ਚੀਜ਼ਾਂ ਪੋਸੀਬਲ ਨਹੀਂ ਹੈਗੀਆਂ। ਅੱਜ ਕੱਲ੍ਹ ਮਤਲਬ ਕੁੜੀਆਂ ਬੋਲਦੀਆਂ ਨੇ ਜਾਂ ਕੁੜੀਆਂ ਸੈਲਫ ਡਿਪੈਂਡੈਂਟ ਨੇਗੀਆਂ। ਚਲੋ ਆਪਣਾ ਟਾਈਮ ਪੀਰੀਅਡ ਪਿੱਛੇ ਦਾ ਸੀਗਾ ਉਹਦੇ ਵਿੱਚ, ਪਰ ਫਿਰ ਵੀ ਜਦੋਂ ਤੁਸੀਂ ਪਹਿਲੀ ਵਾਰ ਕਹਾਣੀ ਸੁਣੀ ਸੀਗੀ ਜਾਂ ਜਿੰਨੇ ਇਸ਼ੂਜ਼ ਇਹਦੇ ਵਿੱਚ ਐਡਰੈਸ ਕੀਤੇ ਗਏ ਨੇਗੇ, ਤਾਂ ਤੁਹਾਡੇ ਦਿਮਾਗ 'ਚ ਚੀਜ਼ਾਂ ਆਈਆਂ ਸੀਗੀਆਂ ਕਿ ਵਾਕਈ ਅੱਜ ਵੀ ਇਹ ਚੀਜ਼ਾਂ ਹੁੰਦੀਆਂ ਨੇ? थोड़ा बहुत थोड़ा डिस्टर्ब किया कुछ चीज़ा ने फिल्म दे जो? हाँ, क्योंकि जो करैक्टर था ना राबिया का, जैसे इसने बोला, बहुत ही, जैसे मैंने भी आपको बोला था कि मैं भी जब इन्होंने नरेट किया और मैं उसको काफ़ी दिन हम साथ में उसको, तो बहुत पॉजिटिव, बहुत वाइट देखने वाला, बहुत लाइट, एक इनोसेंट करैक्टर जिसकी एज 5-6 साल के बच्चे जैसी होती है, जो मतलब बहुत ज़्यादा इनोसेंट होता है, बहुत स्वीट होता है। उसके झगड़ा भी करता है तो बहुत उस इनोसेंट से करता है। जो बच्चे में मासूमियत होती है वो करैक्टर में वो मासूमियत थी। उस करैक्टर के साथ ऐसा होना, और सबसे बुरा था कि जो लोग कर रहे हैं उनको पता नहीं वो क्या कर रहे हैं, वो सबसे बुरा था। कि जो उनके साथ गलत कर रहे हैं उनको ये एहसास ही नहीं है कि हम उनके साथ गलत कर रहे हैं। उनको लगता है कुछ नहीं है, नथिंग, कुछ नहीं हुआ। तो जो बुरी बात है मतलब, और उससे बुरी बात है कि हमारे सिस्टम में अभी भी वो चीज़ें हैं कि हम बाकी जो जितना सिस्टम बना हुआ है कि चाकू मारा, ये फलाना किया, तो ये सब चीज़ें हैं, बट इससे जो नुकसान होता है वो कितना नुकसान हुआ उसका मापदंड कोई नहीं देखता। कि भैया वो उसके साथ मेंटल हैरेसमेंट हुई, या उसको ऐसी बातें बोली गई, गंदी बातें बोली गई, या कुछ उसको जो वो करना चाहती थी उसको नहीं करने दिया गया, उसको परेशान किया गया किसी चीज़ को लेके, उससे उसको नुकसान हुआ। वो 10 साल से तकलीफ़ में है, जो उसकी माँ मर गई, जहाँ फैमिली को टॉर्चर हुआ उस वजह से। मतलब एक बंदे के साथ बहुत कुछ जुड़ा हुआ होता है एक करैक्टर के साथ। तो बट सज़ा उसकी उतनी नहीं होगी, चाहे उसने 10 साल टॉर्चर सहा है या 20 साल सहा है, या उसकी माँ मर गई, या उसकी फैमिली ख़त्म हो गई, या बट वो नाम जो है ना, वो सज़ा नाम के हिसाब से हो रही है। क्यों? मतलब इसलिए नहीं हो रही कि उसको कितना दुख या कितना दर्द हुआ है या कितनी तकलीफ़ सही है उसने। तो सज़ा, जैसे हर चीज़ की कीमत होती है ना, जो चीज़ जितनी अच्छी है तो उसकी कीमत बनाई जाती है कि ये 2000 की, ये 10,000 की, ये 50,000 की। तो बट इसमें ऐसा नहीं है। तो होना वैसा ही चाहिए कि भैया इसने इतनी तकलीफ़ सही है, इसको इतना पेन हुआ है, तो इसकी सज़ा ये होनी चाहिए कि आगे जो कर रहा है उसको एहसास हो, वो समझे कि ये मैं गलत कर रहा हूँ, ये नहीं होना चाहिए। बट क्योंकि कुछ होता नहीं तो इसलिए लोग भी नहीं, उनको भी लगता है यार कुछ नहीं, यार ऐसा क्या, हमने क्या कर दिया, ऐसा कुछ नहीं होता। तो
वो ਲਾਈਕ ਜਿੱਦਾਂ ਆਪਣੇ ਪੂਰੇ ਜਸਟਿਸ ਸਿਸਟਮ 'ਚ ਹੀ ਮੈਨੂੰ ਲੱਗਦਾ ਕਿ ਇਸ ਚੀਜ਼ ਲਈ ਥੋੜੀ ਜਿਹੀ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਜੇ But ਆਪਾਂ वो ਕਿਸੇ है। ਨੂੰ ਜਾ ਕੇ ਹਾਂਜੀ वो ਦੱਸਦੇ मैंने ਹਾਂ भी ਤਾਂ सुना है कि वो है। अभी कहीं दिल्ली में कहीं कुछ हुआ ऐसा, किसी ने वो फाइल किया कुछ कि ये थोड़ा सा बदलना, जो लास्ट लाइन है ना जज की कि ਸੋਚਣਾ सोचना ਚਾਹੀਦਾ इस पे सोचा जाएगा, तो वो हो रहा है, वो शायद हो आगे जाके। ਤਾਂ ਕਿਉਂਕਿ ਹਾਂਜੀ ਜਿਵੇਂ ਹੈ ਨਾ ਮੈਂ ਦੱਸਦੀ ਹਾਂ ਤੁਹਾਨੂੰ, ਆਪਾਂ ਕੋਈ ਵੀ ਚੀਜ਼ ਕੋਈ ਇਨਸੀਡੈਂਟ ਹੋ ਗਿਆ, ਆਪਾਂ ਪੁਲਿਸ ਕੰਪਲੇਨ ਕਰਨ ਜਾਂਦੇ ਆ ਹੈ ਨਾ, ਤਾਂ ਸਭ ਤੋਂ ਪਹਿਲਾਂ ਸਾਨੂੰ ਪੁੱਛਦੇ ਆ ਜੀ ਹੋਇਆ ਕੀ ਹੈ ਹੈ ਨਾ। ਤੇ ਜਦੋਂ ਆਪਾਂ ਨੂੰ ਇਦਾਂ ਦੀ ਗੱਲ, ਪਹਿਲੀ ਗੱਲ ਤਾਂ ਐਕਸਪਲੇਨ ਨਹੀਂ ਕਰ ਪਾਉਂਦੇ, ਜੇ ਤੁਸੀਂ ਐਕਸਪਲੇਨ ਕਰਦੇ ਹੋ ਤਾਂ ਕਹਿਣਗੇ ਜੀ ਵੀ ਐਡੀ ਕੁ ਗੱਲ ਲਈ ਤੁਸੀਂ FIR ਕਰ ਰਹੇ ਹੋ, ਐਗਜ਼ੈਕਟਲੀ ਹੈ ਨਾ, ਵੀ ਇਹ ਤਾਂ ਤੁਹਾਡਾ ਰਾਜੀਨਾਮੇ ਨਾਲ ਸੈਟਲ ਹੋ ਜਾਊਗਾ, ਜਾਂ ਇਹ ਤਾਂ ਮਤਲਬ ਕੋਈ ਸੈਲਫ ਰਿਸਪੈਕਟ ਦੀ ਕੋਈ ਉਹ ਨਹੀਂ ਆ, ਕੋਈ ਸੇਫਟੀ ਸਿਕਿਉਰਿਟੀ ਸਾਨੂੰ ਨਹੀਂ ਮਿਲਦੀ ਕਿ ਅੱਛਾ ਤੁਹਾਨੂੰ ਕਿਸ ਹੱਦ ਤੱਕ ਤੁਹਾਨੂੰ ਹੈਰਾਸ ਕੀਤਾ ਗਿਆ ਜਾਂ ਉਹ ਕੀਤਾ ਗਿਆ। ਔਰ ਇਹਨਾਂ ਗੱਲਾਂ ਨੂੰ ਇਹ ਰਹਿੰਦਾ ਕਿ ਮੈਡਮ ਤੁਸੀਂ ਗੱਲ ਵਧਾ ਰਹੇ ਹੋ, ਹਾਂ ਵੀ ਏਡੀਆਂ ਗੱਲਾਂ ਨਹੀਂ ਹੁੰਦੀਆਂ। ਹਾਲਾਂਕਿ ਉਹ ਬੰਦੇ ਦੇ ਅੰਦਰ ਉਹ ਗੱਲਾਂ ਕਿਸ ਹੱਦ ਤੱਕ ਘਰ ਕਰ ਗਈਆਂ ਜਾਂ ਲਾਈਫ ਟਾਈਮ ਉਹ ਭੁੱਲ ਪਾਉਂਦਾ ਕਿ ਨਹੀਂ ਭੁੱਲ ਪਾਉਂਦਾ ਹੈ ਨਾ, ਤਾਂ ਉਸ ਚੀਜ਼ ਨੂੰ ਉਵੇਂ ਟਰੀਟ ਹੀ ਨਹੀਂ ਕੀਤਾ ਜਾਂਦਾ। ਬਿਲਕੁਲ ਜਿਵੇਂ ਸਰੀਰ ਤੇ ਲੱਗਿਆ ਜ਼ਖਮ ਦਿਖਾ ਕੇ ਤੁਸੀਂ ਕਹਿ ਸਕਦੇ ਹੋ ਦੇਖੋ ਮੈਨੂੰ ਕਿੰਨੀ ਸੱਟ ਲੱਗੀ, ਦੇਖੋ ਮੈਨੂੰ ਕਿੰਨੀ ਤਕਲੀਫ, ਪਰ ਤੁਸੀਂ ਦਿਮਾਗ ਜਾਂ ਦਿਲ ਦਾ ਜ਼ਖਮ ਕਿਵੇਂ ਦਿਖਾਓਗੇ ਤੁਸੀਂ ਨਾ। ਤੇ ਕਲਾਈਮੈਕਸ ਦੇਖਦੇ ਹੋ ਤੁਹਾਨੂੰ ਬੜੀ ਤਕਲੀਫ ਹੁੰਦੀ ਹੈ ਵੀ 17 ਸਾਲਾਂ ਸਾਹਮਣੇ 3 ਸਾਲ ਦੀ ਬਹੁਤ ਘੱਟ। ਔਰ ਉਹਨਾਂ ਦਾ ਜਿਹੜਾ ਉਹ ਕਹਿਣਾ ਕਿ ਸਾਨੂੰ ਉਮਰ ਕੈਦ ਨਾ ਦਿਓ ਹੈ ਨਾ, ਤੁਹਾਡੀ ਵਜ੍ਹਾ ਕਰਕੇ ਇੱਕ ਬੰਦੇ ਨੇ ਉਮਰ ਕੈਦ ਭੋਗ ਲਈ ਐਂਡ ਤੁਸੀਂ ਹਲੇ ਵੀ ਇਹ ਕਹਿ ਰਹੇ ਹੋ ਹੈ ਨਾ ਕਿ ਤੁਸੀਂ ਆਪਣੀ ਕੌਨਸ਼ੀਅਸ। ਹਾਂ तो वही मैं बोल रहा था कि ये अवेयरनेस नहीं है, तो और कुछ नहीं। ਇੱਕ ਹੋਰ ਚੀਜ਼ ਨੀਰੂ ਮੈਮ ਉਹਨਾਂ ਨੂੰ ਬਹੁਤ ਸਾਲ ਹੋ ਗਏ ਨੇ ਇੰਡਸਟਰੀ 'ਚ ਕੰਮ ਕਰਦਿਆਂ ਨੂੰ, ਪਰ ਮੈਨੂੰ ਇਹ ਕਹਿਣ 'ਚ ਕੋਈ ਝਿਜਕ ਨਹੀਂ ਆ ਕਿ ਇਹ ਫਿਲਮ ਉਹਨਾਂ ਦੀ ਹੁਣ ਤੱਕ ਦੀ ਫਿਲਮ ਕਰੀਅਰ ਦੀ ਸਭ ਤੋਂ ਬੈਸਟ ਫਿਲਮ ਆ। ਇਸ ਫਿਲਮ 'ਚ ਉਹਨਾਂ ਨੇ ਆ ਕੇ ਇਹ ਪ੍ਰੂਵ ਕੀਤਾ ਆ ਕਿ ਉਹ ਐਕਟਰੈਸ ਨਹੀਂ ਹੈਗੇ ਇਕੱਲੇ, ਉਹ ਪਰਫਾਰਮਰ ਨੇ, ਤੇ ਉਹਨਾਂ ਨੇ ਇਸ ਫਿਲਮ ਦੇ ਵਿੱਚ ਪਰਫਾਰਮ ਕੀਤਾ ਆ, ਜਿਹੜਾ ਕਿ ਮੈਨੂੰ ਲੱਗਦਾ ਸੀਗਾ ਕਿ ਇਸ ਫਿਲਮ 'ਚ ਜਦੋਂ ਮੈਂ ਟ੍ਰੇਲਰ ਦੇਖਿਆ ਮੈਂ ਕਿਹਾ ਟ੍ਰੇਲਰ ਬਹੁਤ ਸੋਹਣਾ, ਪਰ ਜੇ ਆਹ ਚੀਜ਼ਾਂ ਤੇ ਉਹਨਾਂ ਨੇ ਕੰਮ ਕਰ ਲਿਆ ਨਾ ਤਾਂ ਮਤਲਬ ਜ਼ਬਰਦਸਤ ਫਿਲਮ ਹੋਊਗੀ ਉਹਨਾਂ ਦੇ ਕਰੀਅਰ ਦੀ। ਪਰ ਉਹਨਾਂ ਦੇ ਮੈਂ ਕਹਿੰਦੀ ਜਿੰਨੀਆਂ ਪਿਛਲੀਆਂ ਫਿਲਮਾਂ ਨੇਗੀਆਂ ਤਾਂ 80-90% ਉਹਨਾਂ ਦਾ ਕੰਮ ਇੰਪਰੂਵਡ ਸੀਗਾ, ਜਾਂ ਕਹਿ ਲਓ ਕਿ ਸ਼ਾਇਦ ਉਹਨਾਂ ਨੂੰ ਪੇਸ ਨਹੀਂ ਦਿੱਤੀ ਗਈ ਹੈਗੀ ਖੇਡਣ ਦੇ ਲਈ ਕਿ ਤੁਸੀਂ ਇਸ ਤਰੀਕੇ ਨਾਲ ਖੇਡ ਸਕਦੇ ਹੋ, ਜਾਂ ਕਿਸੇ ਮੇਕਰ ਨੂੰ ਹਲੇ ਤੱਕ ਲੱਗੇ ਹੀ ਨਹੀਂ ਕਿ ਨੀਰੂ ਬਾਜਵਾ ਉਹਨਾਂ ਨੂੰ ਇੱਕ ਡੈਕੋਰੇਟਡ ਕਰੈਕਟਰ ਤੋਂ ਕੱਢ ਕੇ ਇਦਾਂ ਦਾ ਕਰੈਕਟਰ ਵੀ ਦਿੱਤਾ ਜਾ ਸਕਦਾ ਪਰਫਾਰਮ ਕਰਨ ਦੇ ਲਈ। ਜਿਵੇਂ ਆਪਾਂ ਗੱਲ ਕਰ ਰਹੇ ਸੀ ਪਹਿਲਾਂ, ਤੁਸੀਂ ਕਹਿ ਰਹੇ ਸੀਗੇ ਕਿ ਸਟੋਰੀ ਨੂੰ ਚੰਗਾ ਡਾਇਰੈਕਟਰ ਨੂੰ ਚੰਗੀ ਸਟੋਰੀ, ਤੇ ਤੁਸੀਂ ਇੱਕ ਲਾਈਨ ਅੰਡਰ ਲਾਈਨ ਕੀਤੀ ਸੀਗੀ ਕਿ ਇੱਕ ਐਕਟਰ ਨੂੰ ਚੰਗਾ ਡਾਇਰੈਕਟਰ ਮਿਲਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। चंगा डायरेक्टर चंगी स्क्रिप्ट, ਚੰਗੀ ਸਕ੍ਰਿप्ट, क्योंकि अगर कंटेंट ही अच्छे नहीं होगा परफॉर्म किस पे करेगा वो, तो उसके लिए अच्छी स्क्रिप्ट होनी बहुत ज़रूरी है, अच्छा करेक्टर होना बहुत ज़रूरी है परफॉर्म करने के लिए। और बेसिकली पूरी टीम ही है, बोल लो कि आपको अच्छा कंटेंट मिला, आपने उस अच्छे कंटेंट को अपने आप को समझा, फिर बाकी पूरी टीम उसी ईमानदारी से उसी मूव कर रही है। ਮੈਨੂੰ ਪੁੱਛਣਾ ਨਹੀਂ ਆਇਆ ਪਰ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ आप अच्छा मैं एक चीज़ पूछना हूं आपको, आपने नीरू जी का बोला कि और सताज जी का आपने नहीं बोला। ਈਵਨ ਮੈਂ ਅਨੀਤਾ ਦੇਵਗਨ ਜੀ ਬਾਰੇ ਗੱਲ ਕਰਨਾ ਚਾਹੁੰਦੀ ਸੀ, ਮੈਂ ਬਲਵਿੰਦਰ ਬੁਲਟ ਜੀ ਬਾਰੇ ਗੱਲ ਕਰਨਾ ਚਾਹੁੰਦੀ ਸੀ। ਹੈਟਸ ਆਫ ਟੂ ਮਤਲਬ ਦੋ ਐਕਟਰਸ ਜਿਨ੍ਹਾਂ ਨੇ ਦੋ ਸੀਨ ਦੇ ਲਈ ਇਹ ਫਿਲਮ ਕੀਤੀ, ਇੱਕ ਸੀਨ ਦੇ ਲਈ ਉਹਨਾਂ ਨੇ ਫਿਲਮ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਉਹ ਪਰਫਾਰਮਰ ਨੇਗੇ, ਉਹ ਐਕਟਰ ਨੇਗੇ। ਨੀਰੂ ਹੁਣਾਂ ਨੂੰ ਕਿਵੇਂ ਪ੍ਰਪੇਅਰ ਕੀਤਾ ਗਿਆ ਇਸ ਫਿਲਮ ਦੇ ਲਈ, ਇਸ ਕਰੈਕਟਰ ਦੇ ਲਈ ਕਿ ਤੁਸੀਂ ਇਸ ਤਰੀਕੇ ਨਾਲ ਪਰਫਾਰਮ ਕਰਨਾ ਹੈ, ਤੁਸੀਂ इस तरीके दे नाल तुहाडा इंप्रेशन होना चाहिए स्क्रीन पे? जैसे मैं बोला कि हम हरिंदर इतने टाइम से जुड़ी थी, मैं जुड़ा था, स्क्रिप्ट इतने टाइम से जुड़ी हुई थी, तो वो भी मतलब उनको भी मतलब इतने साल से काम कर रहे हैं, इतने टाइम से जुड़े हुए हैं, तो उनको कंटेंट की समझ तो है। कंटेंट नहीं मिला उनको दूसरी बात है, तो उनके पास जब ये कंटेंट गया तो उनको अपने आप ही रियलाइज़ हुआ कि ये कंटेंट डेफिनेट मतलब मेरे को बहुत कुछ दे सकता है, मेरे लिए काम करने को बहुत कुछ है। तो उन्होंने भी अपने आप में हार्ड वर्क करना शुरू कर दिया। तो फिर बाकी चीज़ें, क्योंकि मैं एक किसी का नाम लेना अच्छा नहीं है, तो मेरे को लगता है कि सिर्फ टीम वर्क होता है, उसके बिना कुछ नहीं होता। क्योंकि एक फिल्मी मीडिया है कि सब में होता है, बट ज़्यादातर फिल्म में है कि अगर एक भी पोर्शन आपका गलत, जैसे आपने बोला स्क्रिप्ट के बिना डायरेक्टर नहीं, डायरेक्टर के बिना स्क्रिप्ट नहीं, तो वैसे जैसे आपने बोला कॉस्ट्यूम में थोड़ा सा ये था, तो अब वो ज़रूरी था ना कॉस्ट्यूम, तो अगर वो होता आप नहीं बोलते थे।
तो इसलिए ये पूरा टीम वर्क होता है जिसमें सबका एक बराबर का रोल होता है। एक्टर भी उतना ही हार्ड वर्क करता है ईमानदारी से, डायरेक्टर भी उतना हार्ड वर्क करता है, उसको कन्विंस करता है, राइटर भी उतना उसको कंटेंट को उतना पावरफुल बनाता है। तो बस यही है, और आई थिंक सबने अच्छा परफॉर्म किया, इसके लिए मैं सबका थैंक यू बोलता हूँ। मतलब अनीता देवगन ने एक सीन के लिए हाँ बोला, मैं थैंक यू बोलता हूँ। बुलेट ने बोला, थैंक यू बोलता हूँ। इसमें तो सांगा भी था पता है आपको सांगा था? तो सांगा को शूट किया था, निकाल दिया, क्योंकि वो ऐसा लग रहा था कि एक चीज़ को ब्रेक कर रही है वो चीज़, कि एक सडनली एक शेप उसकी ख़राब हो रही है कुछ चढ़ने से। तो फिर वो सांगा जी का कैरेक्टर निकाल दिया। तो किसी ने ना नहीं बोला, थैंक्स की सब उतना रिगार्ड कर रहे हैं जहाँ पता नहीं क्या है। तो किसी ने ये नहीं बोला कि मेरा एक सीन है जहाँ एक रोल है। तो और सबने बहुत अच्छा परफॉर्म किया है। मतलब अब मेरे ख्याल से 10 में से 9 लोगों ने तो अच्छा परफॉर्म किया है। ਹਾਂ ਨਹੀਂ ਬਹੁਤ ਬਹੁਤ ਕਮਾਲ ਦਾ ਸੀਗਾ। ਜੇ ਪਰਫਾਰਮੈਂਸ ਵਾਈਜ਼ ਆਪਾਂ ਗੱਲ ਕਰੀਏ सरताज जी ने ਤਾਂ बहुत अच्छा किया। ਹਾਂ, ਮੈਨੂੰ ਪ੍ਰਿੰਸ ਕਵਲਜੀਤ ਉਹਨਾਂ ਦਾ ਕੰਮ ਵੀ ਬਹੁਤ ਸੋਹਣਾ ਲੱਗਿਆ। हाँ जी, ਬਹੁਤ ਕਮਾਲ ਦਾ ਕੰਮ नहीं ਉਹਨਾਂ वो ਦਾ एक्टर ਸੀਗਾ। अच्छे हैं, बहुत अच्छे एक्टर हैं। उनका एक सीन बहुत अच्छा है, वो जो तो वो सीन के लिए उन्होंने एक बहुत मेहनत, मतलब काफ़ी सारे रिटेक हुए, काफ़ी कुछ हुआ। तो इसलिए वो जब देखते हैं वो सीन में, आप अगर आप याद रहेगा आपको, तो कैमरा ऐसे था। मतलब नॉर्मल क्या होता है कि कैमरा पॉइंट ऑफ व्यू होता है जहाँ कुछ होता है, तो मैंने उसको कैमरा घुसा दिया था उसके अंदर कि जो नहीं ऐसे करता है नीरू जी को देख के, तो वो कंटेंट ही बदल जाता है। एक छोटे से शॉट से वो फील, वो कंटेंट बदलता है। बिल्कुल। और क्योंकि वो अगर मैं नीरू जी को रख के करता, शायद वो उतना अच्छा जहाँ इम्पैक्ट ना आता, जहाँ वो नहीं करता। तो 4 रिटेक हुए, 10 रिटेक हुए, बट उसने जो फील पकड़ा बंदे, नो ग्रेसलिन, नथिंग। उस वहाँ उस सीन में तो किसी ने भी नहीं ली, किसी भी एक एक्टर ने ग्रेसन नहीं ली। सब ऐसे रोए, सब दबा के रोए और बिना ग्रेसन के रोए। मतलब ज़्यादातर सीन में, बिल्कुल। मतलब वामिका का जो बाहर आउटसाइड जाती है फर्स्ट टाइम देखने के बाद, नो ग्रेसन। तो वो माहौल का आप असर बोल दो, जहाँ एक सेट पे जो फील आता है, आप काम करते करते, जैसे आप कुछ काम कर रहे हो तो आपको फीलिंग तो आ ही जाती है कि यू आर हैप्पी, नॉट हैप्पी, काम अच्छा हो रहा है, बुरा हो रहा है। तो थोड़ा जज तो हो ही जाता है। तो उससे भी बहुत फ़र्क पड़ता है। तो उससे सबको एनर्जी मिलती है, पुश मिलता है। तो वो उसमें फिर और बेटर वर्क होता है और अच्छा काम होता है। हर एक्टर अपने आप ना 100% दे रहा होता है खुद ही, वो तो आपको भी धक्का नहीं मारना पड़ता। तो डायरेक्टर के लिए ये है कि अगर उसके पास अच्छा एक्टर हो तो 80% काम तो डायरेक्टर का अपने आप ही हो जाता है। बिल्कुल। तो उसको सर नहीं खपाना पड़ता, मतलब एक्टर अपने आप ही करके निकल जाता है। तो वो मेरे को लगता है कि बहुत ज़रूरी है कि अच्छा एक्टर होना डायरेक्टर के लिए, जैसे अच्छी स्क्रिप्ट होना ज़रूरी है, अच्छा एक्टर होना भी बहुत ज़रूरी है। बिल्कुल बिल्कुल। तो आई एम हैप्पी कि सरताज जी ने बहुत अच्छा किया। बहुत सोहना। एंड किते भी ये नहीं सीगा कि ओवर जा रहा किसी भी आर्टिस्ट का कि उससे ज़्यादा उनकी वॉइस को आप ध्यान से, आपने फिल्म देखी है ना, जो कोर्ट में उनकी वॉइस का लेवल देखना, उसकी वॉइस क्वालिटी देखना, उसमें एक इतनी मैच्योरिटी सी बात करने में, इतनी सच्चाई लग रही थी ना जो बोलते हैं ना वो, तो वो बहुत बड़ी बात है। शायद इसे करके वो देखने वाले ते वो इंपैक्ट ਜਾਂਦਾ ਆ जी। ਤੁਹਾਨੂੰ ਲੱਗਿਆ ਹੋਊਗਾ ਕਿ ਸ਼ਾयद मैं ਮੈਂਟਲ ਹਰਾਸਮੈਂਟ ਦੇ ਉੱਪਰ ਇੱਕ ਫਿਲਮ ਲਿਖਿਆ, ਪਰ ਮੈਨੂੰ ਲੱਗਦਾ ਹੈ ਕਿ ਕਿੰਨੀਆਂ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਟੱਚ ਕੀਤਾ, ਕਿ ਇੱਕ ਕੁੜੀ ਦੀ ਗਵਰਨਮੈਂਟ ਜੌਬ ਤੱਕ ਵੀ ਕਿਸੇ ਲਈ ਮਾਇਨੇ ਨਹੀਂ ਰੱਖਦੀ ਹੈਗੀ, ਸਿਰਫ ਉਹਦਾ ਪਿਓ ਨੂੰ ਸੈਲੀਬ੍ਰੇਟ ਕਰ ਰਿਹਾ ਆ। ਕਿਸੇ ਇੱਕ ਕੁੜੀ ਦਾ ਇੱਕੋ ਹੀ ਟਾਈਮ ਤੇ ਜ਼ਿੰਦਗੀ ਦੇ ਸਭ ਤੋਂ 2 ਪਿਆਰੇ ਇਨਸਾਨਾਂ ਦਾ ਚਲਿਆ ਜਾਣਾ, ਤੇ ਕੋਈ ਨਹੀਂ ਦੇਖ ਰਿਹਾ ਵੀ ਇਹਦੇ ਤੇ ਦਿਮਾਗੀ ਤੌਰ ਤੇ ਕੀ ਅਸਰ ਹੋ ਗਿਆ। ਦੀ ਜ਼ਿੰਦਗੀ 'ਚ 2 ਬਹੁਤ ਪਿਆਰੇ ਇਨਸਾਨ ਚਲੇ ਗਏ ਨੇਗੇ। ਉਸ ਤੋਂ ਬਾਅਦ ਪਿਓ ਦੀ ਜਦੋਂ ਡੈਥ ਹੋ ਜਾਂਦੀ ਹੈ ਤਾਂ ਸਾਰਿਆਂ ਨੂੰ ਮੁੰਡੇ ਦਾ ਫਿਕਰ ਹੁੰਦਾ ਹੈ ਕਿ ਇਹਦਾ ਕੀ ਬਣੂਗਾ, ਹੈ ਨਾ। ਜਾਂ ਉਸ ਤੋਂ ਇਲਾਵਾ ਕੁੜੀ ਦੀ ਕਮਾਈ ਦਾ ਘਰ 'ਚ ਆਉਣਾ, ਕਿ ਸ਼ਾਇਦ ਤੁਸੀਂ ਮੈਨੂੰ ਗੋਲੀ ਮਾਰ ਵੀ ਦਿੰਦੇ ਜੇ ਮੇਰੀ ਤਨਖਾਹ ਨਾ ਘਰ ਆਉਂਦੀ ਹੁੰਦੀ। ਸਭ ਤੋਂ ਜ਼ਰੂਰੀ ਗੱਲ ਜਿਹਦੇ ਤੇ ਅਸੀਂ ਅੱਜ ਕੱਲ੍ਹ ਬਹੁਤ ਜ਼ਿਆਦਾ ਗੱਲ ਕਰਦੇ ਹਾਂ, ਕਿ ਜਦੋਂ ਤੁਸੀਂ ਕੋਈ ਗੱਲ ਕਹਿਣੀ ਚਾਹੁੰਦੇ ਹੋ ਤੇ ਤੁਹਾਡੇ ਕੋਲੇ ਸੁਣਨ ਵਾਲਾ ਕੋਈ ਹੈ ਨਹੀਂਗਾ, ਤਾਂ ਉਹ ਚੀਜ਼ਾਂ ਤੁਹਾਨੂੰ ਮੈਂਟਲੀ ਕਿੰਨਾ ਜ਼ਿਆਦਾ ਡਿਸਟਰਬ, ਜਾਂ ਉਹ ਤੁਹਾਨੂੰ ਕਿੱਥੇ ਤੱਕ ਲੈ ਕੇ ਜਾ ਸਕਦੀਆਂ ਨੇ, ਉਹਦਾ ਰਿਜ਼ਲਟ ਕੀ ਹੋ ਸਕਦਾ ਹੈ, ਹੈ ਨਾ। ਇਹ ਤੁਸੀਂ ਡੈਲੀਬਰੇਟਲੀ ਚੀਜ਼ਾਂ ਪਾਈਆਂ ਨੇ ਕਿ ਛੋਟੀਆਂ ਮੈਨਿਊਟ ਡਿਟੇਲਸ ਵੀ ਫਿਲਮ ਦੇ ਵਿੱਚ ਪਾਈਆਂ ਜਾਣ, ਕਿ ਜਿੱਦਾਂ ਪਿਓ ਪੁੱਤ ਦੀ ਲੜਾਈ ਹੈ ਜਿਹੜੀ ਉਹ ਇੱਕ ਕੁੜੀ ਨੂੰ ਘਬਰਾਹਟ ਦਿੰਦੀ ਆ, ਉਹਨੂੰ ਕਦੇ ਵੀ ਘਰ ਦੇ ਵਿੱਚ ਪਿਓ ਜਾਂ ਪੁੱਤ ਦੀ ਲੜਾਈ ਚੰਗੀ ਨਹੀਂ ਲੱਗਦੀ ਹੈਗੀ ਤੇ ਉਹਨੂੰ ਘਬਰਾਹਟ ਦਿੰਦੀ ਆ, ਹੈ ਨਾ। ਤਾਂ ਇਹ ਤੁਸੀਂ ਜਾਣਬੁੱਝ ਕੇ ਪਾਈਆਂ ਨੇ।
ਹਾਂਜੀ, ਨੈਚੁਰਲੀ ਕਿਉਂਕਿ ਜਿਹੜਾ ਇਨਸੀਡੈਂਟਸ ਦਾ ਇੱਕ ਬਿਲਡ ਅਪ ਹੈ ਹਨਾ, ਉਹਨੂੰ ਜਦੋਂ ਆਪਾਂ ਧਿਆਨ 'ਚ ਰੱਖਦੇ ਹਾਂ ਕਿ ਉਹ ਕੈਰੈਕਟਰ ਕਿਹੜੇ ਉਹਨਾਂ ਥਰੂ ਨਿਕਲਦਾ ਹੈ ਹਨਾ, ਕਿਹੜੀਆਂ ਪ੍ਰੋਬਲਮਸ ਔਰ ਕਿਹੜੇ ਬਲੌਕ ਆ ਜਿਹੜੇ ਅੰਦਰ ਉਹਦੇ ਬਲੌਕੇਜ ਹੋ ਰਹੀ ਹੈ ਹਨਾ, ਉਹ ਬਹੁਤ ਛੋਟੀਆਂ ਚੀਜ਼ਾਂ ਤੋਂ ਬਾਅਦ ਫਿਰ ਇੱਕ ਵੱਡੀ ਚੀਜ਼ ਜਦੋਂ ਹੁੰਦੀ ਆ ਤਾਂ ਫਿਰ ਉਹ ਇੱਕਦਮ ਹੀ ਸਾਰਾ ਮਤਲਬ ਜਿਹੜਾ ਆਪਾਂ ਕਹਿ ਦਿੰਦੇ ਆ ਕਿ ਉਹ ਬੰਨ ਜਿਹੜਾ ਹੈਗਾ ਉਸ ਤੋਂ ਬਾਅਦ ਫਿਰ ਉਹ ਟੁੱਟਦਾ ਨਹੀਂ ਹੈ ਨਾ, ਉਹ ਇੰਨਾ ਵੱਡਾ ਬੰਨ ਵੱਜ ਜਾਂਦਾ ਕਿ ਉਹ ਆਵਾਜ਼ ਹੀ ਤੁਹਾਡੀ ਚੁੱਪ ਹੋ ਜਾਂਦੀ ਹੈ। ਬਿਲਕੁਲ। ਤਾਂ ਉਹ ਇਹ ਛੋਟੇ ਇੰਸੀਡੈਂਟਸ ਹੀ ਮੈਨੂੰ ਲੱਗਦਾ ਕਿ ਸਾਡੇ ਘਰਾਂ 'ਚ, ਤੁਹਾਡੇ ਕੰਮ ਵਾਲੀ ਜਗ੍ਹਾ ਤੇ ਤੁਹਾਡੇ ਆਲੇ ਦੁਆਲੇ ਜਿਹੜੇ ਇੱਕ ਕੰਟੀਨਿਊਟੀ 'ਚ ਹੁੰਦੇ ਆ ਹੈ ਨਾ, ਔਰ ਇੱਕ ਕੁੜੀ ਨਾਲ ਮਤਲਬ ਇੱਕ ਫੈਮਿਲੀ 'ਚ ਉਹਦਾ ਫੈਮਿਲੀ এনवायरमेंट ਕੀ ਆ, ਉਹਦੇ 'ਚ ਉਹਨੂੰ ਕਿਹੜੀਆਂ ਚੀਜ਼ਾਂ ਪ੍ਰੋਬਲਮ ਦੇ ਰਹੀਆਂ ਨੇ, ਵਰਕ ਸਪੇਸ 'ਤੇ ਕਿਹੜੀਆਂ ਦੇ ਰਹੀਆਂ ਨੇ ਹੈ ਨਾ, ਤਾਂ ਇਹ ਜ਼ਰੂਰੀ ਸੀ। ਔਰ ਦੂਸਰਾ ਇਹ ਜ਼ਰੂਰੀ ਸੀ ਕਿ ਇੱਕ ਸਵਾਲ ਵੀ ਸਾਡੇ ਤੱਕ ਇਹ ਪਹੁੰਚਣ ਕਿ ਕਿਵੇਂ ਅਸੀਂ ਸਪੇਸ ਆ ਜਿਹੜੀ ਇੱਕ ਬੋਲਣ ਦੀ ਸਪੇਸ ਆ, ਸ਼ੇਅਰ ਕਰਨ ਦੀ ਸਪੇਸ ਆ, ਉਹ ਮਤਲਬ ਕੁੜੀ ਲਈ ਪਹਿਲਾਂ ਹੀ ਘੱਟ ਹੈ ਤੇ ਅਸੀਂ ਬਿਲਕੁਲ ਕਿਵੇਂ ਉਹਨੂੰ ਬਲੌਕ ਕਰ ਦਿੰਨੇ ਆ ਹਨਾ, ਤਾਂ ਉਹ ਗੱਲ ਪਹੁੰਚਣੀ ਵੀ ਬਹੁਤ ਜ਼ਰੂਰੀ ਸੀ। ਤਾਂ ਉਹ ਸੀਨਸ ਨੂੰ ਇਸ ਤਰੀਕੇ ਨਾਲ ਫਿਰ ਡਿਜ਼ਾਈਨ ਵੀ ਕੀਤਾ ਗਿਆ ਕਿ ਬਹੁਤ ਜ਼ਿਆਦਾ ਅਸੀਂ ਬੋਲੀਏ ਵੀ ਨਾ, ਬਹੁਤ ਜ਼ਿਆਦਾ ਅਸੀਂ ਡੈਲੀਬਰੇਟਲੀ ਵੀ ਕੁਛ ਨਾ ਕਰੀਏ, ਸਾਡੀ ਗੱਲ ਵੀ ਕਨਵੇ ਹੋ ਜਾਵੇ, ਸਾਡੇ ਇਨਸੀਡੈਂਟ ਵੀ ਕਨਵੇ ਹੋ ਜਾਣ, ਔਰ ਕਿਤੇ ਨਾ ਕਿਤੇ ਉਹ ਇੰਡੀਕੇਸ਼ਨ ਵੀ ਛੱਡਣ, ਉਹ ਆਪਣੇ ਇਸ਼ਾਰੇ ਵੀ ਦੇਣ ਕਿ ਅਸੀਂ ਕਿਸ ਤਰੀਕੇ ਨਾਲ ਆ ਜਿਹੜੀਆਂ ਸਪੇਸਿਸ ਬਲੌਕ ਕਰ ਦਿੰਨੇ ਆ ਕੁੜੀਆਂ ਲਈ ਸ਼ੇਅਰਿੰਗ ਦੀਆਂ ਹਨਾ। ਤਾਂ ਫਿਰ ਉਹ ਕਈ ਵਾਰ ਉਹਨਾਂ ਦੀ ਲਾਈਫ 'ਚ ਕੁਛ ਮਤਲਬ ਹੌਲੀ ਜਿਹੜਾ ਹੈਗਾ ਉਹ ਭਾਰ ਹੈ ਜਿਹੜਾ ਉਹ ਵੱਧਦਾ ਜਾਂਦਾ, ਪਰ ਇੱਕ ਥਾਂ ਤੇ ਆ ਕੇ ਉਹ ਇੰਨਾ ਕੁ ਵੱਧ ਜਾਂਦਾ ਵੀ ਜੇ ਅਸੀਂ ਵੰਡਾਉਣਾ ਚਾਹੀਏ ਤਾਂ ਉਹ ਵੰਡਾਇਆ नहीं जा सकता। बिल्कुल। बट एक चीज़ अभी इसमें है, जैसे ये हिंदा आपने जो हिंदा को पूछा था, सवाल किया था, ये छोटी चीज़ें, ये छोटी चीज़ें बहुत छोटी रह गई और कम हुए हैं बिकॉज ऑफ, क्योंकि रीजनल फिल्म में कहीं ना कहीं एक बैक माइंड थोड़ा सा डर भी रहता है कि कितना एक्सेप्ट होगा, कितना नहीं होगा, कितना ऐसा, कितना। अगर यही चीज़ अगर साउथ की फिल्म होती जहाँ महाराष्ट्र मराठी फिल्म होती तो आई थिंक और ओपन होके और वाइल्ड होके और खुल के आप बात करते, खुल के थोड़ा होता है। क्या होता है जब आप खुल के करते एकदम खुले तो और बेटर चीज़ें, तो अभी कहीं ना कहीं थोड़ा सा ऐसा बंधा हुआ था माइंड कि यार कंट्रोल में चीज़ें नहीं, बैलेंस करके जो बिल्कुल, तो चीज़ें कंट्रोल में और बैलेंस करके ਇੱਕ ਐਕਸੈਪਟੈਂਸ ਦਾ ਵੀ ਇੱਕ ਡਰ ਹੁੰਦਾ ਹੈ ਨਾ ਤੁਹਾਨੂੰ ਕਿ ਲਾਈਕ ਇੱਕ ਜਿੱਦਾਂ ਬਣਿਆ ਹੁੰਦਾ ਕਿ ਜੇ ਤੁਸੀਂ ਥੋੜਾ ਜਿਹਾ ਹੋਰ ਅੱਗੇ ਗਏ ਤਾਂ ਮੇਬੀ ਇੱਕ ਜਿਹੜੀ ਇੰਪੇਸ਼ੈਂਸ ਹੈਗੀ ਆ ਜਾਂ ਇੱਕ ਅਸੀਂ ਜਿਹੜੀ ਆਡੀਅנס ਨੂੰ ਦਿਖਾ ਰਹੇ ਆ ਮੇਬੀ ਕਿਤੇ ਉਹਨਾਂ ਲਈ ਉਹ ਚੀਜ਼ਾਂ ਜ਼ਿਆਦਾ ਡਾਰਕ ਔਰ ਉਹਦੇ ਚ ਨਾ ਚਲੀਆਂ ਜਾਣ। लिखी थी तो और ज़्यादा थी, बहुत कुछ था, बट वही फिर उसको हमने थोड़ा कट किया, डर थोड़ा सा जो ਇਵਨ ਕਈ ਵਾਰੀ ਅਸੀਂ तो शायद फिर आप क्या बोलते थे पता है ਉਹਨਾਂ ਚੀਜ਼ਾਂ ਨੂੰ ਕਈ ਵਾਰੀ ਅਸੀਂ ਇੰਪੋਰਟੈਂਸ ਨਹੀਂ ਦਿੰਦੇ, ਆਪਾਂ ਕਹਿੰਦੇ ਨੇ ਏਡੀ ਕਿੱਡੀ ਕੀ ਗੱਲ ਆ, ਜੇ ਤੇਰਾ ਕਮਰਾ ਤੇਰੇ ਭਰਾ ਨੇ ਲੈ ਲਿਆ ਕਿੱਡੀ ਕੀ ਗੱਲ ਆ, ਬਟ ਨਹੀਂ ਨਿੱਕੀ ਗੱਲ, ਛੋਟੀ ਗੱਲ ਨਹੀਂ ਆ ਉਹ, ਕਿਉਂਕਿ ਤੁਹਾਡੀ ਇੱਕ ਸਪੇਸ ਆ, ਉਹਦੇ ਨਾਲ ਤੁਹਾਡੇ ਇਮੋਸ਼ਨਸ ਜੁੜੇ ਹੋਏ ਨੇਗੇ ਹੈ ਨਾ। ਫਿਰ ਤੁਸੀਂ ਦੇਖਦੇ ਹੋ ਵੀ ਜਦੋਂ ਆਪਣੇ ਰੂਮ ਚੋਂ ਨਿਕਲਦੀ, ਉਹ ਆਪਣੀ ਕੋਈ ਬਿਲੋਂਗਿੰਗ ਨਹੀਂ ਰੱਖਦੀ, ਉਹ ਸਿਰਫ ਇੱਕ ਆਪਣੇ ਫਾਦਰ ਦੀ ਪਿਕਚਰ ਲੈ ਕੇ ਜਾਂਦੀ ਆ ਹੈ ਨਾ, ਉਹਦੇ ਵਿੱਚੋਂ ਮਤਲਬ ਬਹੁਤ ਛੋਟੀਆਂ ਚੀਜ਼ਾਂ ਕਹਿਣ ਨੂੰ ਆਪਾਂ ਕਹਿ ਸਕਦੇ ਹਾਂ, ਪਰ ਮੈਂਟਲੀ ਬਹੁਤ ਵੱਡੀਆਂ ਚੀਜ਼ਾਂ ਨੇਗੀਆਂ। ਸਿਰਫ ਫਿਲਮ ਦਾ ਮਿਊਜ਼ਿਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੁੰਦਾ ਫਿਲਮ ਦੀ ਸਕਸੈਸ ਲਈ ਵੀ, ਫਿਲਮ ਨੂੰ ਐਸਟੈਬਲਿਸ਼ ਕਰਨ ਦੇ ਲਈ ਵੀ। ਤੇ ਹੁਣ ਆਪਣੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਇਦਾਂ ਹੁੰਦਾ ਹੈ ਕਿ ਫਿਲਮ ਦਾ ਮਿਊਜ਼ਿਕ ਜਦੋਂ ਆਪਾਂ ਸੁਣਦੇ, ਫਿਲਮ ਦਾ ਮਿਊਜ਼ਿਕ ਨਹੀਂ ਲੱਗਦਾ ਹੁੰਦਾ, ਇਹ ਲੱਗਦਾ ਹੁੰਦਾ ਕਿ ਕਿਸੇ ਆਰਟਿਸਟ ਦਾ ਸੋਲੋ ਟਰੈਕ ਆ ਗਿਆ, ਜਦੋਂ ਕੋਈ ਐਲਬਮ ਆ ਗਈ ਤੇ ਉਹ ਗਾਣੇ ਆਪਾਂ ਸੁਣ ਰਹੇ ਹਾਂ। ਤੇ ਪਹਿਲੀ ਵਾਰ ਮੈਨੂੰ ਲੱਗਿਆ ਕਿ ਫਿਲਮ ਦਾ ਮਿਊਜ਼ਿਕ, ਫਿਲਮ ਦੇ ਲਿਰਿਕਸ ਸਪੈਸ਼ਲੀ ਫਿਲਮ ਦੇ ਲਈ ਲਿਖੇ ਗਏ ਨੇਗੇ, ਸਪੈਸ਼ਲੀ ਇਸ ਸਿਚੁਏਸ਼ਨ 'ਤੇ ਲਿਖੇ ਗਏ ਨੇ। ਕਈ ਵਾਰ ਤੁਸੀਂ ਦੇਖ ਕੇ ਫਿਲਮ ਨੂੰ ਦੇਖਦਿਆਂ ਹੋਇਆ ਹੈਰਾਨ ਵੀ ਹੁੰਦੇ ਹੋ ਕਿ ਇੰਨਾ ਐਗਜ਼ੈਕਟ ਕਿਵੇਂ ਹੋ ਸਕਦਾ ਆ, ਇਹੀ ਵਰਡਸ ਇੱਥੇ ਕਿਵੇਂ ਆ ਸਕਦੇ ਨੇਗੇ, ਕਿ ਸਿਚੁਏਸ਼ਨ ਡਿਸਕ੍ਰਾਈਬ ਕੀਤੀ ਹੋਊਗੀ ਲਿਰਿਸਿਸਟ ਨੂੰ ਜਾਂ ਰਾਈਟਰ ਨੂੰ, ਪਰ ਐਗਜ਼ੈਕਟ ਕਿਵੇਂ ਹੋ ਸਕਦੀਆਂ ਨੇਗੀਆਂ ਇਹ ਚੀਜ਼ਾਂ ਨਾ। ਸੋ ਫਿਲਮ ਦੇ ਮਿਊਜ਼ਿਕ ਬਾਰੇ ਮੈਂ ਜਾਣਨਾ ਚਾਹੂँगी। देखो सरताज जी डॉक्टर है उनसे अच्छे अल्फाज किसी के पास नहीं है, और जो डेफ्थ से अल्फाज कहाँ से ढूंढ के लाते हैं पता नहीं तो और उनकी उसी बात को कहने में काफ़ी अलग तरह से बात बोलते हैं, दूसरा कोई कहता है तो उसका, और सरताज जी का काफ़ी अलग तरह का। तो म्यूज़िक अच्छा है, सरताज जी अच्छा करेंगे वो तो अलग बात है। तो इसके लिए सरताज जी ने जो उनका जो लॉकडाउन का पीरियड था वो काम आया क्योंकि उस टाइम लॉकडाउन के टाइम था, तो हम लोग गए थे, तो उनको नरेट वरेट किया 2 बार स्क्रिप्ट ये सब, तो उनको फिर गानों की बात हुई सरताज जी से। तो सरताज जी का जो उनका बैंक था, उसी बैंक में से चीज़ें दे रहे थे हमको
तो ਪਰ ਇਹ ਕਿੱਡੇ ਕੋਇਨਸੀਡੈਂਸ ਦੀ नहीं ਗੱਲ कोई इंसिडेंट नहीं है नहीं, but ना, उस तो बिल्कुल बाद जीरो कोइंसिडेंट changes नॉट कोइंसिडेंट क्योंकि वो गलत है कोइंसिडेंट क्योंकि जब फिल्म इस तरह की फिल्म कभी कोइंसिडेंट से नहीं बनती मतलब तो इतनी चीज़ें तो नहीं जुड़ती कोइंसिडेंट से, एक आधी चीज़ जुड़ जाती है क्योंकि जैसे वो रुतबा का गाना है तो क्योंकि कंटेंट कुछ और कहना चाहता है बट हमारी कहानी यहाँ से मूव होके जा रही है तो मैं चाहता था जल्दी हम बात कहने पे आ जाए, जो हम कहना चाहते हैं जल्दी उस पे आ जाए। तो वहाँ हम 4 सीन भी डाल सकते हैं रोमांस के, उनके ग्रोथ के, उनके मतलब टाइम स्पैन के कि बट एक गाना था, गाना भी चाहिए तो वो गाने के थ्रू भी बोले जा सकते हैं अगर गाना अच्छा हो तो सीन। और फिर उस सीन को जैसे वो जितने भी उसके मोमेंट्स हैं तो मोमेंट लिखे गए हैं, ऐसा नहीं कि कोरियोग्राफर आया और अच्छा जी अच्छा जैसे होता है वैसा नहीं है। उससे पहले मोमेंट्स लिखे थे, मैं हरिंदर बैठे थे, एक एक मोमेंट लिखा था, अच्छा यहाँ ये हो सकता है, यहाँ ये होगा, ये खीर डालेगा, ये ऐसा करेगा वैसा करेगा, जितने भी मोमेंट थे मतलब उससे पहले डिजाइन किए गए थे। हाँ तो ये चीज़ें तो पहले से क्लियर थी कि ये चाहिए ये चाहिए ये चाहिए, इसके लिए ये चाहिए इसके लिए ये चाहिए। तो फिर सरताज जी ने फिर एक एक गाना लेते गए तो काफ़ी गानों में से वो एक गाना मिलता था। फिर तो कभी कभी लगता था कि सर को कैसे बोले, सरताज जी को, सर मज़ा नहीं आ रहा है कौन तो फिर ये क्योंकि इसको बात करनी अच्छी आती है तो ये मतलब लाइक ऐसी सिचुएशंस फिर तो उन्होंने ये फिर जिद्दां दस रहे समझाती सी ना थी कि सर गाना तो बहुत अच्छा है, सुपर वेरी गुड तो बट इसमें फिट नहीं बैठता मतलब। तो फिर वो सरताज जी बट वो उनको बहुत हार्ड वर्किंग है, बहुत हम्बल है, बहुत डाउन टू अर्थ है, इज अ ग्रेट ग्रेट ग्रेट। उनकी जितनी तारीफ़ की जाए, मैं कभी उनके मुंह के ऊपर कभी तारीफ़ नहीं की, कभी भी एक लफ्ज़ नहीं बोला उनको मुंह के ऊपर, मेरे से नहीं होती। बट जनरली वो जेंटलमैन, बहुत ज़्यादा जेंटलमैन है। उन्होंने कभी ये नहीं बोला यार तुम, मतलब वो 2.5-3 घंटा बिठा के रखते थे वो उस पर अच्छा हाँ जी, और वो फिर प्रॉपर उसी माहौल च सुनाते कमर का प्रॉब्लम मेरे को भी नीचे जमीन तो बट वो 3 घंटे लगे रहते थे। तो उस गानों में से गाने ढूंढे, फिर उन्होंने कुछ जोड़ा है, जैसे रुतबा का के अंतरा है जिसमें मेरी अक्खा, कौन सा था अंतरा, वो जो क्लासरूम का अंतरा है, वो उन्होंने बाद में बनाया है। खाबा ते ख्यालां नूं खाबा ने ख्याल है, वो पहले नहीं था। तो वो वो फिर जब ਅਸੀਂ पहले footage ਪਹਿਲਾਂ shoot था कर हमने, ली सी। फिर उन्होंने उस पर लिरिक्स दिए, वो बाद में दिए, जो बहुत फिट बैठे। ऐसा लगता नहीं कि ਇਸ ਲਈ ਮੈਂ ਕਿਹਾ ਕਿ ਇੰਨਾ ਐਗਜ਼ੈਕਟ ਕਿਵੇਂ ਹੋ ਨਹੀਂ ਸਕਦਾ ਹਾਂਜੀ, ਕਿਉਂਕਿ ਉਹਨਾਂ ਦੇ ਗੀਤ ਲਿਖੇ ਹੋਏ ਸੀ, ਆਬਵੀਅਸਲੀ ਤੁਸੀਂ ਉਹਨਾਂ ਦੇ ਗੀਤ 'ਚ ਨਾ ਤਾਂ ਕੋਈ ਗਲਤੀ ਕੱਢ ਸਕਦੇ ਹੋ ਨਾ ਨਿੰਦ ਸਕਦੇ ਹੋ, ਕਿਉਂਕਿ ਉਹ ਇੰਨੀ ਪਰਫੈਕਸ਼ਨ ਨਾਲ ਬਣਾਉਂਦੇ ਨੇ, ਹੈ ਨਾ। ਬਟ ਸਾਨੂੰ ਹੁੰਦਾ ਸੀ ਕਿ ਸਰ ਮੋਰ ਸਿਚੁਏਸ਼ਨਲ ਜੇ ਹੋ ਜਾਊਗਾ, ਕਿਉਂਕਿ ਉਹਦੇ ਲਈ ਤੁਹਾਨੂੰ ਸਿਚੁਏਸ਼ਨ ਸੁਣਨੀ ਵੀ ਪਊਗੀ, ਔਰ ਤੁਸੀਂ ਫਿਰ ਜਿਵੇਂ ਉਹਨਾਂ ਨੇ ਦੇਖਿਆ ਵੀ ਸ਼ੂਟ ਤੇ, ਹੈ ਨਾ, ਤਾਂ ਫਿਰ ਉਹਨਾਂ ਨੂੰ ਸਮਝ ਲੱਗਿਆ ਫਿਰ ਪ੍ਰੋਪਰ मतलब चीज़ां फिट बैठियां। जो बहुत बड़ा रीजन है, जैसे एक गाना उनकी आज खोल दे दिला दी गल सारी, हाँ जी, तो वो गाना ऐसा नहीं लिखा था, वो गाना उनका पहले बहुत से पुराना है, था। वो स्टेज पे भी गाते हैं, उनको बहुत पहले से गा रहे हैं, जो उनके शो होते हैं उसमें गाते हैं गाना। तो हमने वो गाना उठाया था। अब वो गाना आपने पिक्चर में देखा, खोल दे दिल, कैसा लगा गाना आपको? बहुत कमाल। पिक्चर है जी में ऐसा लगता है कि गाना हमने नहीं लगता ना तो उसकी मेरे हिसाब से उसकी 2 चीज़ें अच्छी जुड़ी हैं, उसको शूट करना, उसके मोमेंट बनाना। बिल्कुल। तो उससे क्या हो गया, वो जेल हो गया कि आपने गाने के हिसाब से मोमेंट डिजाइन किए, और मोमेंट इतने अच्छे डिजाइन हुए हैं कि वो ऐसा लगता है इसी के लिए बना है, बने हैं। जो आपने बोला है। तो उसमें दोनों चीज़ों का हाथ है तो मतलब आपने गाना लिया, उस पर हार्ड वर्क किया, उस मोमेंट्स को उसके साथ जेल किया कि ऐसा ना लगे कि गाना अभी आया और मोमेंट्स। और तो नहीं तो नॉर्मली गाने का ज़्यादातर होता है कि कम में, जैसे जगदीप करता है डिजाइन अच्छा करता है, वो जगदीप शुरू से करता है, हम किस्मत में भी वो करता था कि वो मोमेंट बनाता है कि मेरा करेक्टर अच्छा इसमें ये होगा, ये अंतरे में वो ये करेगी, उस दूसरे मुखड़े में ये होगा। तो एक कहानी नहीं जैसे बनती, जैसे हम सीन लिखते हैं, बेसिकली सीन है, सीन्स है। तो हमने भी वही किया कि जैसे गाना आया उसके सीन बनाते गए। ये एक सीन है, उसका फर्स्ट चैप्टर, सेकंड चैप्टर, थर्ड चैप्टर, फोर्थ चैप्टर। तो वो इसलिए ज़्यादा अच्छा लग रहा है कि वो बहुत अच्छा जेल हो रहा है। ਕਿਉਂਕਿ ਪੰਜਾਬੀ ਫਿਲਮਾਂ ਦੇ ਵਿੱਚ ਨਾ ਆਮ ਤੌਰ ਤੇ ਮੈਂ ਕੋਈ ਬਹੁਤ ਵੱਡੀ ਐਕਸਪਰਟ ਨਹੀਂ ਆ, ਜਾਂ ਮੈਨੂੰ ਕੋਈ ਕਹਿ ਦੇਵੇ ਕਿ ਤੁਸੀਂ ਚਲੋ ਪਰਫੈਕਟ ਪੰਜਾਬੀ ਫਿਲਮ ਬਣਾ ਦਿਓ, ਮੈਂ ਨਹੀਂ ਬਣਾ ਸਕਦੀ ਹੈਗੀ। ਪਰ ਫਿਰ ਵੀ ਜਿਵੇਂ ਦੇਖ ਕੇ ਤੁਸੀਂ ਇੱਕ ਚੀਜ਼ ਮਹਿਸੂਸ ਕਰਦੇ ਹੋ ਕਿ ਕੰਟੀਨਿਊਟੀ ਬਹੁਤ ਮਿਸ ਹੁੰਦੀ ਆ, ਇਨ ਦਾ ਸੈਂਸ ਕਿ
ਜਦੋਂ ਗਾਣਾ ਚੱਲ ਰਿਹਾ ਤੁਹਾਨੂੰ ਲੱਗਦਾ ਕਿ ਅੱਛਾ ਕੁਝ ਹੋਣੇ ਹੋਰ ਚੀਜ਼ ਚੱਲ ਰਹੀ ਆ, ਫਿਰ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਫਿਲਮ ਸ਼ੁਰੂ ਹੋ ਰਹੀ ਆ, ਫਿਰ ਇੱਕ ਗਾਣਾ ਆ ਰਿਹਾ, ਬ੍ਰੇਕ ਆ ਗਈ, ਉਸ ਤੋਂ ਬਾਅਦ ਦੁਬਾਰਾ ਤੋਂ ਫਿਲਮ ਸ਼ੁਰੂ ਹੋ ਰਹੀ ਆ। ਇਹਦੇ ਵਿੱਚ ਇੱਥੇ ਫੀਲ ਹੁੰਦਾ ਸੀਗਾ ਕਿ ਗਾਣਾ ਚੱਲ ਰਿਹਾ, ਜੇ ਉਹ ਬੈਕਗ੍ਰਾਉਂਡ ਸੀਗਾ ਤਾਂ ਉਹ ਵਿਊ ਮਤਲਬ ਆਡੀਅנס ਦੇ ਵੀ ਬੈਕਗ੍ਰਾਉਂਡ ਦੇ ਵਿੱਚ ਹੀ ਚੱਲ ਰਿਹਾ ਆ, ਉਹ ਦੇਖ ਰਿਹਾ ਚੀਜ਼ਾਂ ਨੂੰ। ਗਾਣਾ ਜੇ ਬੈਕਗ੍ਰਾਉਂਡ ਆ ਤਾਂ ਉਹ ਬੈਕਗ੍ਰਾਉਂਡ ਦੇ ਵਿੱਚ ਹੀ ਚੱਲ ਰਿਹਾ ਉਹਦੇ ਵੀ, ਹੈ ਨਾ। ਤਾਂ ਮੈਨੂੰ ਲੱਗਿਆ ਕਿ ਇਹ ਪਰਫੈਕਟ ਕੰਟੀਨਿਊਟੀ ਆ ਫਿਲਮ ਦੀ, ਤੇ ਇਹ ਵੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਕਿ ਦੇਖਣ ਵਾਲੇ ਨੂੰ ਇਹ ਨਾ ਲੱਗੇ ਕਿ ਅੱਛਾ ਹੁਣ मैं गाना देख के हटे ਹੁਣ फिल्म तुरूगी आगे, है ना। होना तो यही चाहिए, मतलब एग्जैक्ट जो है, मैं बोला ना एक प्रोजेक्ट जो होता है उसमें डिजाइनिंग होती कि थोड़ा इसमें थोड़ा इसमें थोड़ा इसमें थोड़ा इसमें कंप्लीट, तो होना ऐसा ही चाहिए क्योंकि आप कहानी कहना चाहते हो और कहानी जब तक जेल नहीं होगी ना चीज़ें, वो कहानी उतनी खूबसूरत नहीं लगेगी, क्योंकि कहीं ना कहीं आप उससे टूटोगे, कहीं ना कहीं आप उससे जब भी आप अलग होगे आपको बुरा लगेगा। तो गाने का मतलब क्योंकि हमारे गाने चाहिए, म्यूज़िक हमारे लिए मस्ट है, बिना म्यूज़िक के मतलब बिल्कुल पॉसिबल। तो जब म्यूज़िक मस्ट है तो उसको जेल करने की कोशिश करनी चाहिए, जितना कर सकते हो, जितना पॉसिबल है। कुछ फिल्में जिसमें पॉसिबल ही नहीं होता, कर ही नहीं सकते आप जेल, क्योंकि दो एक एटम चाहिए, एक फलाना चाहिए, एक बंगला चाहिए, ये चाहिए, तो आप कुछ नहीं कर सकते। बट जहाँ जगह मिलती है आपको कि आप उसको मर्ज कर सकते हो दोनों चीज़ों को, कहानी को और म्यूज़िक को, तो करना चाहिए, तो फिर दिखने में और मज़ा आता है। बिल्कुल। मैंटल असाइलम ਦਾ ਪਾਰਟ ਸ਼ੂਟ ਕਰਨਾ ਤੁਹਾਡੇ ਲਈ ਡਿਫਿਕਲਟ ਸੀਗਾ? नहीं, ऐसा कुछ मेरे को नहीं डिफ़िकल्ट लगा। उसका रीज़न है क्योंकि वो ऐसे बोलने में तो सब ऐसा बोला जाता है कि ऐसा हो गया। मैं अंदर से बार बार पिछली इंटरव्यू में, क्योंकि अल्फाज जब आते तो फिर बहुत सारी चीज़ें आती कि नहीं हमने ऐसा सोचा, हमने वैसा सोचा, हमने ये किया, हमने वो किया, ऐसा कुछ नहीं है। कि मैं वो वन सब, क्योंकि एक ये डायरेक्टर की ड्यूटी है, ये जॉब है मेरा, अगर इसको मैं करेक्ट नहीं करूँगा तो। और जॉब में थोड़ा कभी ज़्यादा तकलीफ़ होती है, कभी स्मूथ हो जाता है, एक दिन थोड़ा हार्ड जाता है, एक दिन थोड़ा स्ट्रेस बहुत ज़्यादा बढ़ जाता है, बट वो पार्ट ऑफ द जॉब है, आप उसको 100% देना ही पड़ेगा। तो ये हर जगह होता है, हर फील्ड आप करते हो। आपको भी कभी बहुत लगता है कि नहीं आज बहुत स्ट्रेस हो गया, आज बहुत मज़ा नहीं आया, कभी कभी आप बहुत खुश होते हो। तो टफ तो हर जॉब में है, तो इसमें भी उतना तो चलता रहता है। बट उससे अगर आप उससे बहुत ज़्यादा इन हो ना, जुड़े हुए हो, क्योंकि आप पहले से उसको माइंड में सेट कर चुके हो कि नहीं यार ये मैं करना है और इसको ऐसे करना, अच्छा करना, तो फिर वो जो हडल या फिर जो स्ट्रेस या फिर वो तकलीफ़ है वो पता नहीं चलती, क्योंकि आपने फोकस डिसाइड कर लिया, आपने गोल डिसाइड कर लिया कि मेरे को सिर्फ वो करना है। बिल्कुल। तो पता नहीं चलता, वो चीज़ें वो माइनर हो जाती है आपके लिए, छोटी बातें हो जाती है, क्योंकि आपका पूरा ध्यान उस पर है। तो इसलिए मेरे को तकलीफ़ नहीं हुई बिल्कुल। हमने एक्सपेरिमेंट उसमें काफ़ी किए थे, कुछ किए हैं, वो फिल्म देखेंगे जो वो देखेंगे, क्योंकि उसमें आपको बहुत सारे ना जूनियर आर्टिस्ट नहीं है उसमें, तो आपको उसकी ब्यूटी यही है कि वो बहुत ज़्यादा रियल है। हाँ। और करैक्टर भी बहुत ज़्यादा रियल है। बिल्कुल। हाँ। बिल्कुल। तो जो सरप्राइज है लोगों के लिए भी, तो आपको शायद आपने देखा होगा, आपको लगा नहीं, ਕਿਉਂਕਿ ਮੈਨੂੰ ਰਜਿੰਦਰ ਨੇ ਥੋੜਾ ਜਿਹਾ ਇਸ ਪਾਰਟ ਬਾਰੇ ਦੱਸਿਆ ਸੀ, ਇਸੇ ਕਰਕੇ ਮੈਂ ਤੁਹਾਨੂੰ ਪੁੱਛਿਆ ਸੀਗਾ ਕਿ ਕਿਉਂਕਿ ਉਹ ਬਹੁਤ ਜ਼ਿਆਦਾ ਰੀਅਲ ਸੀਗਾ ਵੀ ਇਸ ਕਰਕੇ ਤੁਹਾਨੂੰ ਸ਼ੂਟ ਕਰਨ ਲੱਗਿਆ ਜਾਂ नहीं, थोड़ा डर लगता था कि कहीं एक्सीडेंट ना हो जाए, कुछ प्रॉब्लम ना हो जाए, क्योंकि जिस तरह का माहौल था वो, और वो सब थोड़ा सा लगा रहता था, बट इतना कुछ नहीं था। एक कोविड का टाइम थोड़ा सा था, हालांकि उस टाइम काफ़ी कम हो चुका था, नॉर्मल चीज़ें हो चुकी थी आधी से ज़्यादा। तो बट फिर एक वो डर बेसिकली ये था कि जो कर रहे थे मतलब कोई चिल्लम चा मस्ती ना करे, ये ना करे, लिमिटेशन तो थी चीज़ों की, तो उतना ही था। बाकी मज़ा भी आ रहा था, क्योंकि जब आउटपुट निकलता है ना तो ये सब चीज़ें बहुत छोटी हो जाती है, कि जब आपको लग रहा होता है कि जो आप कर रहे हो वो ठीक हो रहा है, तो फिर ध्यान जाता है इन चीज़ों की तरफ। ਦੋ ਸੀਨਸ ਲਈ ਤੁਹਾਨੂੰ ਕਿਉਂ ਲੱਗਿਆ ਕਿ ਅਨੀਤਾ ਦੇਵਗਨ ਹੀ ਹੋਣੇ ਚਾਹੀਦੇ ਨੇ ਜਾਂ ਇੱਕ ਸੀਨ ਦੇ ਲਈ ਬਲਵਿੰਦਰ ਬੁਲਟ ਨੂੰ ਬੁਲਾਇਆ ਜਾਣਾ ਚਾਹੀਦਾ? अच्छा एक्टर ढूंढ रहा था, जो समझ में आया, सामने लगा। आप 10 लोगों को देखते हो, आपको लगता है नहीं ये बहुत अच्छा है, ये भी कर सकते हैं, आपने इतना काम देखा होता है। तो वही कि मेरे को लगा कि वो करैक्टर इंपॉर्टेंट था अपने आप में, बहुत इंपॉर्टेंट था। अब उसकी जगह किसी और को, तो मेरे को लगा नहीं, तो मैं करैक्टर के हिसाब से चल रहा था, कंटेंट के हिसाब से चल रहा था, मैं स्टार के हिसाब से नहीं चल रहा था। तो मेरे को लगा इस एक सीन के लिए एक करैक्टर जस्टिफाई होना चाहिए, चाहे वो कोई भी हो। तो मेरे को हाथ जोड़ने पड़े, कुछ भी करना पड़े, वैसे बुलेट के लिए सब, तो मैंने वो ट्राई किया, उन सबको बुलाया और सब आ गए। बिल्कुल। तो
मैं कहानी के साथ चल रहा था, बेसिकली कंटेंट के साथ चल रहा था कि जो दिख रहा था उसको बुला रहा था। ਤੁਹਾਡੇ ਲਈ ਪੂਰੀ ਫਿਲਮ ਬਹੁਤ ਖਾਸ ਹੋਣੀ ਹੈ ਹਰਿੰਦਰ, ਤੁਹਾਡੇ ਲਈ ਵੀ ਪੂਰੀ ਫਿਲਮ ਖਾਸ ਹੈ, ਪਰ ਫਿਰ ਵੀ ਤੁਹਾਨੂੰ ਕੀ ਲੱਗ ਕੋਈ ਇੱਕ ਫਰੇਮ, ਕੋਈ ਇੱਕ ਸੀਨ, ਕੋਈ ਇੱਕ ਸ਼ਾਟ ਜਿਹੜਾ ਤੁਹਾਨੂੰ ਬਹੁਤ ਚੰਗਾ ਲੱਗਿਆ ਫਿਲਮ ਦਾ? मुश्किल है कि मैं तो उसके साथ जिया, मेरे को तो सभी अच्छा लगता है, मतलब मेरे को कोट बहुत अच्छा लगता है। वो जो कोट का थोड़ा ड्रामा है ना थोड़े टाइम का, वो और वो काफ़ी वो पोर्शन काफ़ी अच्छा लगता है। उसकी ट्रीटमेंट जो है, उसका जो कहने का ढंग है, करेक्टर का परफॉर्मेंस है, तो वो मेरे को काफ़ी अच्छा लगता है। अपने एरिया में सब अच्छा है, बट वो हर चीज़ में बैलेंस लगता है थोड़ा सा। आपको कोट कैसा लगा? ਬਹੁਤ ਵਧੀਆ। ਐਂਡ ਉੱਥੇ ਦਾ ਜਿਹੜਾ ਇੱਕ ਡਾਇਲੋਗ ਆ ਕਲਾਈਮੈਕਸ ਦਾ, ਜਿੱਥੇ ਉਹ ਕਹਿੰਦੇ ਨੇ ਕਿ ਇਹ ਬੇਬੁਨਿਆਦ ਆ, ਅਤੇ ਫਿਰ ਉਹ ਮਤਲਬ ਅਨੰਤ ਕਰੈਕਟਰ ਕਹਿ ਰਿਹਾ ਅਨੰਤ ਦਾ ਕਿ ਮੈਂ ਹੁਣ ਇੱਕ ਇਹੋ ਜਿਹੇ ਗਵਾਹ ਨੂੰ ਪੇਸ਼ ਕਰਨਾ ਚਾਹੁੰਦੀ ਹਾਂ ਜਿਹੜੀ ਕਿ ਬੁਨਿਆਦ ਦੱਸੂਗਾ, ਅਤੇ ਉਹ ਖੁਦ ਹੁੰਦੀ ਹੈ ਨਾ। ਅਤੇ ਉਹ ਮਤਲਬ ਬਹੁਤ ਕਮਾਲ ਦੀ ਗੱਲ ਸੀਗੀ ਕਿ ਬੁਨਿਆਦ ਹੈ ਨਾ। ਅਤੇ ਪਤਾ ਨਹੀਂ ਮਤਲਬ ਮੈਂ ਉਹਨੂੰ ਐਕਸਪਲੇਨ ਨਹੀਂ ਕਰ ਸਕਦੀ, ਪਰ ਉਹਨੂੰ ਦੇਖਣ ਤੋਂ ਬਾਅਦ ਜੋ ਚੀਜ਼ਾਂ ਤੁਹਾਡੇ ਅੰਦਰ ਹੁੰਦੀਆਂ ਨੇਗੀਆਂ ਜਾਂ ਤੁਸੀਂ ਮਹਿਸੂਸ ਕਰਦੇ ਹੋ, ਸ਼ਾਇਦ ਕਈ ਵਾਰੀ ਉਹ ਐਕਸਪ੍ਰੈਸ ਨਹੀਂ ਕਰ ਹੁੰਦੀਆਂ, ਪਰ ਉਹ ਡਾਇਲੋਗ ਮੈਨੂੰ ਬਹੁਤ ਖਾਸ ਲੱਗਦਾ ਕਿ ਇਹ ਤਾਂ ਬੇਬੁਨਿਆਦ ਆ। ਉਹ ਕਹਿੰਦੇ ਹੁਣ ਇੱਕ ਇਹੋ ਜਿਹਾ ਬੰਦਾ ਬੁਲਾਉਂਦੇ ਆ ਜਿਹੜਾ ਕਿ ਤੁਹਾਨੂੰ ਬੁਨਿਆਦ ਦੱਸੂਗਾ ਇਸ ਚੀਜ਼ ਦੀ, ਹੈ ਨਾ। ਐਂਡ ਫਿਰ ਉਸ ਤੋਂ ਬਾਅਦ ਉਹਨਾਂ ਦੀ ਜੋ ਪਰਫੋਰਮੈਂਸ ਆ। ਹਰਿੰਦਰ, ਤੁਹਾਡੇ ਲਈ ਕੋਈ ਇੱਕ ਖਾਸ? ਨਹੀਂ, ਮੈਂ ਕੋਈ ਇੱਕ ਨਹੀਂ ਚੂਜ਼ ਕਰ ਸਕਦੀ ਕਿਉਂਕਿ ਸ਼ੁਰੂ ਤੋਂ ਐਂਡ ਤੱਕ ਇੱਕ ਇੱਕ ਲਾਈਨ ਨਾਲ ਤੁਹਾਡਾ ਇੱਕ ਕਨੈਕਟ ਹੈ ਨਾ, ਇੱਕ ਕਨੈਕਸ਼ਨ ਆ। ਨਹੀਂ, ਮੈਨੂੰ ਲੱਗਦਾ ਮੈਂ ਕੋਈ ਇੱਕ ਚੀਜ਼ ਨਹੀਂ। ਮੈਨੂੰ 2 ਡਾਇਲੋਗ ਫਿਲਮ ਦੇ ਸਭ ਤੋਂ ਮਤਲਬ ਜਿਹੜੇ ਮੈਂ ਆ ਕੇ ਇੰਸਟਾਗ੍ਰਾਮ 'ਤੇ ਸ਼ੇਅਰ ਵੀ ਕੀਤੇ ਸੀਗੇ ਕਿ ਕਈ ਵਾਰੀ ਜ਼ਿੰਦਗੀ ਦਾ ਸਭ ਤੋਂ ਔਖਾ ਕੰਮ ਸਾਹ ਲੈਣਾ ਹੁੰਦਾ। ਮਤਲਬ ਕਿੱਡੀ ਵੱਡੀ ਗੱਲ ਆ ਇਹ। ਹਾਂਜੀ, ਕਿਉਂਕਿ ਸਾਹ ਲੈਣਾ ਇੱਕ ਐਸੀ ਚੀਜ਼ ਆ ਜਿਹੜੀ ਆਪਾਂ ਨੂੰ ਨਾ ਇੰਨੀ ਕੁ ਆਪਣੇ ਆਪ 'ਚ ਆਪਣੇ ਰਮੀ ਹੋਈ ਆ ਕਿ ਆਪਾਂ ਨੂੰ ਉਹਦਾ ਅਹਿਸਾਸ ਨਹੀਂ ਹੁੰਦਾ। ਜਦੋਂ ਆਪਾਂ ਸਾਹ ਲੈਂਦੇ ਹਾਂ ਆਪਣੇ ਆਪ ਆਟੋਮੈਟਿਕਲੀ ਆਪਾਂ ਉਹ ਕਰ ਰਹੇ ਹਾਂ। ਐਂਡ ਜਦੋਂ ਤੁਹਾਨੂੰ ਸਾਹ ਲੈਣਾ ਵੀ ਔਖਾ ਲੱਗੇ ਜਾਂ ਤੁਹਾਨੂੰ ਸਾਹ ਨਾ ਆਵੇ ਤਾਂ ਉਹ ਕਿੰਨੀ ਪੇਨਫੁਲ ਚੀਜ਼ ਹੁੰਦੀ ਹੈ। ਸਾਹ ਲੈਣ ਤੋਂ ਬਿਨਾਂ ਅਸੀਂ ਡੈਡ ਆ, ਹੈ ਨਾ। ਤਾਂ ਉੱਥੇ ਮਤਲਬ ਉਹੀ ਹੈ ਕਿ ਤੁਸੀਂ ਇਹਨਾਂ ਲਫ਼ਜ਼ਾਂ 'ਚ ਵੀ ਉਸ ਕੁੜੀ ਦੀ ਪੇਨ ਤੁਸੀਂ ਬਿਆਨ ਨਹੀਂ ਕਰ ਪਾਉਂਦੇ ਵੀ ਤੁਸੀਂ ਕਿਵੇਂ ਕਰੋ, ਹੈ ਨਾ। ਤਾਂ ਉਹ ਕਹਿੰਦੀ ਆ ਵੀ ਕਦੇ ਕਦੇ ਸਾਹ ਲੈਣਾ ਵੀ ਔਖਾ ਲੱਗਦਾ ਹੈ। ਉੱਥੋਂ ਤੁਸੀਂ ਉਹਦੇ ਅੰਦਰਲਾ ਬਲੌਕ ਤੁਹਾਨੂੰ ਪਤਾ ਲੱਗਦਾ ਵੀ ਜਦੋਂ ਤੁਹਾਨੂੰ ਸਾਹ ਲੈਣਾ ਵੀ ਭਾਰਾ ਲੱਗਣ ਲੱਗ ਜੇ, ਔਖਾ ਲੱਗਣ ਲੱਗ ਜੇ, ਜਿਹੜਾ ਕਿ ਇੱਕ ਇਹੋ ਜਿਹੀ ਚੀਜ਼ ਆ ਜਿਹਦਾ ਤੁਹਾਨੂੰ ਕਦੇ ਅਹਿਸਾਸ ਨਹੀਂ ਹੁੰਦਾ, ਉਹ ਆਟੋਮੈਟਿਕਲੀ ਕਿੰਨੀ ਈਜ਼ੀ ਆ ਸਾਡੀ। ਦੂਸਰਾ ਡਾਇਲੋਗ ਜਿਹੜਾ ਕਿ ਮੈਨੂੰ ਬਹੁਤ ਯੂਨੀਵਰਸਲ ਲੱਗਦਾ ਕਿ ਸਿਰਫ ਇੱਕ ਇਸ ਫਿਲਮ ਦੇ ਲਈ ਨਹੀਂ, ਇਹ ਮੈਨੂੰ ਲੱਗਦਾ ਹਰ ਇਨਸਾਨ ਦੀ ਜ਼ਿੰਦਗੀ 'ਚ ਕਿਤੇ ਨਾ ਕਿਤੇ ਵਾਪਰਦਾ ਹੋਊਗਾ ਕਿ ਜ਼ਿੰਦਗੀ 'ਚ ਉਹਨੂੰ ਅਹਿਮੀਅਤ ਦਿਓ ਜੋ ਤੁਹਾਡੇ ਅਹਿਸਾਸਾਂ ਦੀ ਕਦਰ ਕਰਦਾ ਆ, ਹੈ ਨਾ। ਸੋ ਫਿਲਮ ਦੇ ਹੋਰ ਕਿਸੇ ਡਾਇਲੋਗ ਬਾਰੇ ਤੁਸੀਂ ਦੱਸਣਾ ਚਾਹੁੰਦੇ ਹੋ ਜਾਂ ਕੋਈ ਖਾਸ ਸਪੈਸੀਫਿਕ ਮੈਂਸ਼ਨ ਕਰਨਾ ਚਾਹੁੰਦੇ ਹੋ? ਨਹੀਂ, ਬਸ ਇਸੇ ਬਾਰੇ ਗੱਲ ਕਰ ਲੈਂਦੇ ਹਾਂ। ਮੈਨੂੰ ਲੱਗਦਾ ਕਿ ਜਦੋਂ ਅਸੀਂ ਕਦੇ ਕਿਸੇ ਨੂੰ ਰਿਜੈਕਟ ਵੀ ਕਰਦੇ ਹਾਂ ਨਾ, ਤਾਂ ਉੱਥੇ ਰਾਬੀਆ ਦਾ ਕਰੈਕਟਰ ਮੈਨੂੰ ਲੱਗਦਾ ਉੱਥੇ ਹੋਰ ਖੁੱਲ੍ਹ ਕੇ ਸਾਹਮਣੇ ਆਉਂਦਾ। ਜੇ ਉਹ ਕਿਸੇ ਨੂੰ ਇਹ ਵੀ ਕਹਿ ਰਹੀ ਹੈ ਕਿ ਮੇਰੇ ਦਿਲ 'ਚ ਤੇਰੇ ਲਈ ਉੱਦਾਂ ਦੀਆਂ ਫੀਲਿੰਗਸ ਨਹੀਂ ਜਿੱਦਾਂ ਤੂੰ ਸੋਚਦਾ, ਤਾਂ ਉਹਨੂੰ ਕਰੂਅਲਟੀ ਨਾਲ ਜਾਂ ਉਹਨੂੰ ਬੁਰਾ ਕਹਿ ਕੇ ਨਹੀਂ ਕਹਿੰਦੀ ਵੀ ਤੂੰ ਕੋਈ ਬੁਰਾ ਹੈ, ਤੂੰ ਮੈਨੂੰ ਪਸੰਦ ਨਹੀਂ, ਜਾਂ ਕਿ ਉਹ ਬੰਦੇ ਨੂੰ ਹੁੰਦਾ ਨਾ ਆਪਣੇ ਕਿ ਜਦੋਂ ਆਪਾਂ ਨੂੰ ਕੋਈ ਰਿਜੈਕਟ ਕਰਦਾ ਜਾਂ ਆਪਣਾ ਕੋਈ ਲਵ ਇੰਟਰਸਟ ਆਪਾਂ ਉਹਨੂੰ ਐਕਸਪ੍ਰੈਸ ਕਰਦੇ, ਜਦੋਂ ਆਪਾਂ ਨੂੰ ਨਾ ਕਰਦੇ ਤਾਂ ਆਪਾਂ ਸੈਲਫ ਡਾਊਟ 'ਚ ਪੈ ਜਾਂਦੇ ਹਾਂ ਕਿ ਮੇਰੇ 'ਚ ਕੋਈ ਕਮੀ ਹੋਊਗੀ, ਮੈਂ ਸੋਹਣਾ ਨਹੀਂ ਜਾਂ ਮੈਨੂੰ ਅਕਲ ਨਹੀਂ, ਹੈ ਨਾ। ਆਪਾਂ ਸੈਲਫ ਡਾਊਟ 'ਚ ਪੈ ਜਾਂਦੇ ਹਾਂ। ਐਂਡ ਉਹ ਬੰਦੇ ਨੂੰ ਵੀ ਕੌਨਫੀਡੈਂਸ ਨਾਲ ਭਰ ਕੇ ਜਾਂਦੀ ਆ ਕਿ ਲਾਈਕ ਮੈਂ ਤੇਰੇ ਬਾਰੇ, ਹੈ ਨਾ, ਉਵੇਂ ਨਹੀਂ ਸੋਚਦੀ। ਜੇ ਉਹਨੂੰ ਰਿਜੈਕਟ ਵੀ ਕਰਦੀ ਹੈ ਤਾਂ ਉਹਦਾ ਇੱਕ ਤਰੀਕਾ ਹੈ, ਤਾਂ ਉਹਨੂੰ ਕਿਸੇ ਤਰੀਕੇ ਨਾਲ ਨੀਵਾਂ ਨਹੀਂ ਦਿਖਾ ਰਹੀ ਆ। ਉਹਨੂੰ ਕਹਿੰਦੀ ਆ ਵੀ ਮੇਬੀ, ਹੈ ਨਾ, ਮੇਰੇ ਵੱਲੋਂ ਤੈਨੂੰ ਉੱਦਾਂ ਦੀਆਂ ਚੀਜ਼ਾਂ ਨਹੀਂ ਮਿਲਣਗੀਆਂ। ਐਂਡ ਕਿਸੇ ਨੂੰ ਅਹਿਸਾਸਾਂ ਨੂੰ ਹਰਟ ਕਰਨਾ ਮੈਨੂੰ ਲੱਗਦਾ ਸਭ ਤੋਂ ਵੱਡਾ ਗੁਨਾਹ ਹੁੰਦਾ ਜਾਂ ਗਲਤ ਹੁੰਦਾ। ਜੇ ਅਸੀਂ ਉਹਨੂੰ ਅੱਗੋਂ ਨਹੀਂ ਰਿਸਪੌਂਡ ਕਰ ਸਕਦੇ ਤਾਂ ਉਹਨੂੰ ਤਰੀਕੇ ਨਾਲ ਦੱਸਣਾ ਵੀ ਇੱਕ ਜ਼ਿੰਮੇਵਾਰੀ ਹੁੰਦੀ ਹੈ, ਹੈ ਨਾ। ਤੁਸੀਂ ਫੀਮੇਲ ਰਾਈਟਰ ਨਾਲ ਪਹਿਲੀ ਵਾਰ ਕੰਮ ਕੀਤਾ ਸਰ? हाँ जी, फीमेल राइटर एक ही तो नहीं, पहली बारी नहीं, दूसरी बारी गुड्डिया बटोले भी। हाँ, ਉਹਦੇ ਉੱਪਰ ਗੀਤਕਾਰ ਸੀਗੇ ਉਸ ਫਿਲਮ। गीतकार भी तो राइटर ही है। ਹਾਂ, ਬਿਲਕੁਲ ਬਿਲਕੁਲ। ਸੋ ਬਹੁਤ ਸ਼ੁਕਰੀਆ, ਬਹੁਤ ਸਾਰੀਆਂ ਮੁਬਾਰਕਾਂ ਇੱਕ ਵਾਰ ਫਿਰ ਤੋਂ ਤੁਹਾਨੂੰ, ਤੁਹਾਡੀ ਸਾਰੀ ਟੀਮ ਨੂੰ, ਫਰੰਟ ਦਾ ਕੈਮਰਾ, ਬਿਹਾਈਂਡ ਦਾ ਕੈਮਰਾ, ਜਿੰਨੇ ਵੀ ਲੋਕੀ ਵੀ ਇਸ ਫਿਲਮ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਕਲੀ ਜੋਟਾ ਸਿਨੇਮਾ ਘਰਾਂ ਦੇ ਵਿੱਚ ਲੱਗੀ ਹੋਈ ਆ। ਬੇਝਿਜਕ ਤੇ ਬੇਸ਼ੱਕ ਤੁਸੀਂ ਜਾ ਕੇ ਇਸ ਫਿਲਮ ਨੂੰ ਦੇਖ ਸਕਦੇ ਹੋ ਪਰਿਵਾਰਾਂ ਸਮੇਤ, ਤੇ ਦੇਖਣ ਤੋਂ ਬਾਅਦ ਸਾਨੂੰ ਮਹਿਸੂਸ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ
ਤੇ ਬਾਕੀ ਮੈਨੂੰ ਗੁਰਦੀਪ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ, ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।